ਜਿਹੜੇ ਚਾਰ ਆਪਣੇ ਕਿਸਾਨ ਭਰਾ ਸੀਗੇ ਤੇ ਇੱਕ ਪੱਤਰਕਾਰ ਭਰਾ ਸੀਗਾ ਤੇ ਉਹਨਾਂ ਦਾ ਜਿਹੜੀ ਦੂਜੀ ਜਿਹੜੀ ਆਪਣੀ ਬਰਸੀ ਸੀਗੀ ਜੀ, ਇਹ ਕੁੜਿਆਲਾ ਘਾਟ ਗੁਰਦੁਆਰਾ ਸਾਹਿਬ ਮਨਾਇਆ ਗਿਆ ਜੀ, ਜਿੱਥੇ ਤਕੁੰਨੀਆਂ ਕਾਂਡ ਹੋਇਆ ਸੀ। ਉੱਥੋਂ ਲਗਭਗ 2-2.5 ਕਿਲੋਮੀਟਰ ਤੇ ਹੈ ਜੀ। ਓਕੇ, ਹਾਂਜੀ ਆ ਰਹੀ। ਮੈਂ ਵੈਸੇ ਸਾਇਲੈਂਟ ਕਰ ਦੇਣਾ ਕਿਉਂਕਿ ਕਾਲਸ ਆਉਂਦੀਆਂ ਨੇ, ਤੁਸੀਂ ਗੱਲ ਆਪਣਾ ਜਾਰੀ ਰੱਖਣਾ। ਅਮਨਦੀਪ ਸਿੰਘ ਸੰਧੂ ਜੀ, ਥੋੜਾ ਜਾਣਨਾ ਚਾਹਾਂਗੇ ਕਿ ਉੱਥੇ ਫਿਰ ਜਿਹੜੇ ਕਿਸਾਨ ਨੇ ਜਾਂ ਯੂਨੀਅਨਾਂ ਟਕੈਤਦਾਰੀ ਜ਼ਿਆਦਾ ਹੈ ਜਾਂ ਹੋਰ ਯੂਨੀਅਨਾਂ ਵੀ ਇਸ ਦੇ ਵਿੱਚ ਚੱਲ ਰਹੀਆਂ ਨੇ, ਤੇ ਕਿੰਨਾ ਕੁ ਇਕੱਠ ਸੀ ਜਾਂ ਕੀ ਤੁਹਾਡੀ ਫਿਰ ਸਰਕਾਰ ਪ੍ਰਤੀ ਡਿਮਾਂਡ ਸੀਗੀ ਇਸ ਕਿਸਾਨਾਂ ਇਕੱਠ ਤੇ ਅੱਜ ਇਕੱਠ ਤੇ ਹਜ਼ਾਰਾਂ ਦੇ ਹਿਸਾਬ ਨਾਲ ਸੀਗਾ। ਤੇ ਬਾਕੀ ਜਿਹੜੀ ਸਾਡੀ ਸਰਕਾਰ ਨਾਲ ਮੰਗ ਆ ਆਪਣੀ ਕਿ ਅਜੇ ਮਿਸ਼ਰਾ ਟੈਨੀ ਨੂੰ ਜਿਹੜਾ ਬਰਖਾਸਤ ਕੀਤਾ ਜਾਵੇ ਤੇ ਜਿਹੜੇ ਨਿਰਦੋਸ਼ ਕਿਸਾਨ ਆ ਉਹਨਾਂ ਦੇ ਜਿਹੜੇ ਫਰਜ਼ੀ ਮੁਕੱਦਮੇ ਲਾਏ ਆ ਉਹ ਹਟਾਏ ਜਾਣ। ਓਕੇ, ਜਿਸ ਤਰ੍ਹਾਂ ਹੁਣ ਇਲੈਕਸ਼ਨ ਹੈ, ਕਿਉਂਕਿ ਪਾਵਰ ਵਾਲੇ ਲੋਕ ਨੇ ਇਹਨੂੰ ਯੂਪੀ ਤੱਕ ਆਉਣ ਦੀ ਆਗਿਆ ਦਿੱਲੀ ਤੱਕ ਦੇ ਦਿੱਤੀ ਹੈ, ਇਸ ਦੌਰਾਨ ਉਸ ਦਾ ਵੀ ਵਿਰੋਧ ਹੋਇਆ ਤੇ ਕੀ ਸਿਆਸੀ ਤੌਰ ਤੇ ਇਸ ਪਰਿਵਾਰ ਦਾ ਕੀ ਅਸਰ ਹੈ? ਕਿਉਂਕਿ ਜਿਹੜੇ ਕਿਸਾਨ ਮਾਰੇ ਗਏ ਸੀ, ਚਾਰੇ ਹੀ ਕਿਸਾਨ, ਉਹਨਾਂ ਦੇ ਪਰਿਵਾਰਾਂ ਨੂੰ ਵੀ ਸਿਕਿਉਰਿਟੀ ਜਿਹੜੀ ਹੈ ਦਿੱਤੀ ਹੋਈ ਹੈ। ਉਹ ਪਰਿਵਾਰ ਵੀ ਮੈਂ ਵੇਖਿਆ, ਮੇਰੇ ਕੋਲ ਵੀ ਨੰਬਰ ਸੀਗੇ, ਥੋੜਾ ਗੱਲ ਕਰਨ ਤੋਂ ਵੀ ਉਹ ਲੋਕ ਝਿਜਕਦੇ ਨੇ। ਉਹਨਾਂ ਨੂੰ ਮੁਆਵਜ਼ੇ ਜਾਂ ਉਹਨਾਂ ਦੇ ਪਰਿਵਾਰ ਦੀ ਦਸ਼ਾ ਤੇ ਦਿਸ਼ਾ ਕੀ ਹੈ ਸੰਧੂ ਸਾਹਿਬ? ਜਿਹੜੇ ਪਰਿਵਾਰ ਆ ਜੀ ਆਪਣੇ ਜਿਹੜੇ ਪੀੜਿਤ ਪਰਿਵਾਰ ਆ ਜੀ, ਹਾਂ, ਜਿਹੜੇ ਪੀੜਿਤ ਕਿਸਾਨਾਂ ਦੇ ਜਿਹੜੇ 4 ਲੋਕ ਮਾਰੇ ਗਏ ਸੀ, ਜਾਂ ਖਾਸ ਕਰਕੇ ਪੱਤਰਕਾਰ ਰਮਨ ਕਸ਼ਯਪ ਜਿਹੜਾ ਮਾਰਿਆ ਗਿਆ ਸੀ। ਇਹ ਮਤਲਬ ਇੱਥੋਂ ਦਾ ਜੀ, ਇਹ ਜਿਵੇਂ ਹੁਣ ਸੰਸਦ ਆ, ਗ੍ਰਹਿ ਰਾਜ ਮੰਤਰੀ ਵੀ ਹੈ ਜੀ, ਪਾਵਰ ਮਤਲਬ ਵੀ ਹੈਗੀ ਇਹਦੇ ਕੋਲੇ, ਤੇ ਸਰਕਾਰ ਵੀ ਇਹਦੇ ਪੱਖ 'ਚ ਹੀ ਬੋਲਦੀ ਹੈ, ਕਿਉਂਕਿ ਇੰਨਾ ਅੰਦੋਲਨ ਹੋਣ ਤੋਂ ਬਾਅਦ ਵੀ ਇਹਨੂੰ ਆਪਦੇ ਇਹਦੇ ਪਦ ਤੋਂ ਨਹੀਂ ਹਟਾਇਆ ਗਿਆ ਗਾ, ਕਿਉਂਕਿ ਕਿਤੇ ਨਾ ਕਿਤੇ ਸਰਕਾਰ ਵੀ ਇਹਦੇ ਨਾਲ ਮਤਲਬ ਇਹਦੇ ਪੱਖ 'ਚ ਹੈਗੀ ਹੈ। ਸਰਕਾਰ ਦੀ ਪੂਰੀ ਪਾਵਰ ਇਹਦੇ ਮਗਰ ਹੈਗੀ ਹੈ ਜੀ। ਇਸ ਕਰਕੇ ਕਿਸਾਨ ਵੀ ਜਿਹੜੇ ਆ ਆਪਣੇ ਥੋੜੇ ਡਰਦੇ ਆ, ਕੱਲ ਨੂੰ ਕੋਈ ਵੀ ਮਤਲਬ ਕੁਛ ਵੀ ਕਰਾ ਸਕਦਾ, ਕਿਸੇ ਤੇ ਕੋਈ ਵੀ ਇਲਜ਼ਾਮ ਲਾ ਕੇ ਕੋਈ ਵੀ ਘਟਨਾ, ਜਾਂ ਪ੍ਰਸ਼ਾਸਨ ਦਾ ਵੀ ਦਬਾਅ ਰਹਿੰਦਾ, ਤੇ ਇਸ ਕਰਕੇ ਕਿਸਾਨ ਦਬਾਅ 'ਚ ਥੋੜਾ ਜਿਹਾ ਰਹਿੰਦਾ ਜੀ ਇੱਥੇ। ਬਾਕੀ ਕਿਸਾਨ ਯੂਨੀਅਨ ਦਾ ਥੋੜਾ ਜਿਹਾ ਪ੍ਰਭਾਵ ਹੋਣ ਕਰਕੇ ਥੋੜਾ ਜਿਹਾ ਮਤਲਬ ਆਪਦੀ ਥੋੜੀ ਬਹੁਤ ਆਵਾਜ਼ ਜਿਵੇਂ ਖੁੱਲ ਕੇ ਚੱਕ ਸਕਦੇ ਲੋਕ। ਹਾਂ, ਕਿਉਂਕਿ ਪਹਿਲਾਂ ਵੀ ਜਦੋਂ ਗੰਨੇ ਦੀਆਂ ਸਮੱਸਿਆ ਸੀ, 15-20 ਸਾਲ ਪੁਰਾਣੇ ਨੇ, ਯੂਪੀ 'ਚ ਮੁਕੱਦਮੇ ਚੱਲ ਰਹੇ ਨੇ। ਠੀਕ ਹੈ, ਅੰਦੋਲਨ ਦੇ ਦੌਰਾਨ VM ਸਿੰਘ ਜਾਂ ਹੋਰ ਲੋਕ ਥੋੜਾ ਜਿਹਾ ਹੋਰ ਪਾਸੇ ਚਲੇ ਗਏ, ਉਹਨਾਂ ਦੀ ਛਵੀ ਨੂੰ ਥੋੜਾ ਖੋਰਾ ਲੱਗਿਆ, ਪਰ ਇਸ ਦੌਰਾਨ ਪਹਿਲਾਂ ਵੀ ਉਹਨਾਂ ਨੇ ਕਈ ਲੜਾਈਆਂ ਲੜੀਆਂ। ਪਰ ਜਦੋਂ ਕਿਸਾਨ ਇੱਥੇ ਯੂਪੀ 'ਚ ਰਜਿਸਟ੍ਰੇਸ਼ਨ ਕਰਦਾ ਤਾਂ ਪੰਜਾਬ ਵਾਲੀ ਗੱਲ ਨਹੀਂ, ਸਰਕਾਰਾਂ ਅਜਿਹਾ ਸ਼ਿਕੰਜਾ ਲਾਉਂਦੀਆਂ ਨੇ ਕਿ ਕਿਸਾਨ ਜਿਹੜੇ ਨੇ ਉਹ ਬੇਬਸ ਹੋ ਜਾਂਦੇ ਨੇ। ਤੇ ਇਸ ਦੌਰਾਨ ਕੀ ਪੀੜਤ ਪਰਿਵਾਰਾਂ ਨੂੰ ਕੋਈ ਫਾਈਨਾਂਸ ਜਾਂ ਕੋਈ ਆਰਥਿਕ ਮਦਦ ਕਿਸ ਤਰ੍ਹਾਂ ਦੀ ਦਿੱਤੀ ਗਈ ਹੈ ਸਰਕਾਰ ਦੀ ਤਰਫੋਂ ਜਾਂ ਲੋਕਾਂ ਦੀ ਤਰਫੋਂ ਉਹਨਾਂ ਪਰਿਵਾਰਾਂ? ਜਿਹੜੇ ਪੀੜਿਤ ਪਰਿਵਾਰ ਸੀਗੇ ਜੀ, ਜਿਨ੍ਹਾਂ ਦੇ ਕਿਸਾਨ ਆਪਣੇ ਸ਼ਹੀਦ ਹੋਏ ਸੀ, ਉਹਨਾਂ ਨੂੰ ਉੱਤਰ ਪ੍ਰਦੇਸ਼ ਸਰਕਾਰ ਵੱਲੋਂ ਮਿਲਿਆ ਸੀ ਲਗਭਗ 45-42 ਲੱਖ ਰੁਪਇਆ ਇਹਨਾਂ ਨੂੰ ਮਿਲਿਆ। ਬਾਕੀ ਪੰਜਾਬ ਸਰਕਾਰ 50-50 ਲੱਖ ਦੇ ਕੇ ਗਈ ਸੀ ਪਰ ਪਰਿਵਾਰ ਆਪਣੀ, ਹਾਂਜੀ, ਪ੍ਰਤੀ 5 ਪਰਿਵਾਰਾਂ ਨੂੰ। ਰਮਨ, ਅੱਛਾ, ਚਾਰ ਕਿਸਾਨ ਸੀ, 5ਵਾਂ ਇੱਕ ਪਰਿਵਾਰ ਸੀ। ਜਿਹੜੇ ਪੀੜਤ ਲੋਕ ਸੀ ਜਿਵੇਂ ਤੇਜਿੰਦਰ ਵਿਰਕ ਹੋਰਾਂ ਦੇ ਵੀ ਜਾਂ ਹੋਰਾਂ ਦੇ ਵੀ 60 ਫੀਟ ਲੱਗੀ ਸੀ? ਨਹੀਂ ਜੀ, ਇਹਨਾਂ ਨੂੰ ਤਾਂ ਸ਼ਾਇਦ ਸਮਾਜਵਾਦੀ ਪਾਰਟੀ ਨੇ ਹੀ ਸ਼ਾਇਦ ਲੱਖ ਰੁਪਇਆ ਦਿੱਤਾ ਹੋਣਾ। ਬਾਕੀ ਕਿਸੇ ਵੀ ਪੀੜਿਤ ਪਰਿਵਾਰ ਨੂੰ ਅਜੇ ਤੱਕ, ਉਹ ਵੀ ਅਸੀਂ ਮੰਗ ਅੱਜ ਜਿਹੜਾ ਮੰਗ ਪੱਤਰ ਦਿੱਤਾ ਜੀ ਉਹਦੇ ਵਿੱਚ ਰੱਖੀ ਆ ਕਿ ਪੀੜਿਤ ਪਰਿਵਾਰਾਂ ਨੂੰ ਜਿਹੜੇ ਘਾਇਲ ਹੋਏ ਸੀਗੇ ਉਹਨਾਂ ਨੂੰ ਜਿਹੜਾ ਸਰਕਾਰ ਨੇ ਵਾਅਦੇ ਦੇ ਮੁਤਾਬਿਕ ਉਹਨਾਂ ਨੂੰ ਸ਼ਾਇਦ 10-10 ਲੱਖ ਰੁਪਏ ਦਾ ਮੰਗ ਰੱਖੀ ਸੀ, ਉਹ ਆਪਣੇ ਅੱਜ ਤੱਕ ਉਹ ਨਹੀਂ ਮਿਲੀਗੀ। ਓਕੇ, ਅੱਛਾ, ਇਸ ਅੰਦੋਲਨ ਦੇ ਦੌਰਾਨ ਹੁਣ ਐਜੀਟੇਸ਼ਨ ਦਾ ਕੀ ਹਾਲਾਤ ਹੈ? ਕਿ ਕਿਸਾਨ ਇਹ ਲੋਕ ਸੋਚਦੇ ਨੇ ਕਿ ਕਿਉਂਕਿ MSP ਜਾਂ ਹੋਰ ਮੁੱਦੇ ਜਿਹੜੇ ਵਾਅਦੇ ਕੀਤੇ ਗਏ ਸੀ, ਹਾਲਾਂਕਿ ਟਿਕਾਇਤ ਵੀ ਜਿਹੜਾ ਬਹੁਤਾ ਸਹਿਮਤ ਨਹੀਂ ਸੀ ਉੱਥੋਂ ਉਠਾਉਣ ਦੇ ਵਿੱਚ, ਪੰਜਾਬ ਵਾਲੇ ਥੋੜ੍ਹੇ ਜਿਹੇ ਜ਼ਿਆਦਾ ਤਾਂ ਹੋ ਸੀ ਰਾਜੇਵਾਲ ਹੋ ਰਹੀ, ਤੇ ਹੁਣ ਜਿਸ ਤਰ੍ਹਾਂ ਇਲੈਕਸ਼ਨ ਨੇੜੇ ਨੇ, ਉਸ ਮੁਤਾਬਕ ਕੀ ਕਿਸਾਨ ਸੋਚਦਾ ਜਾਂ ਤੁਸੀਂ ਲੋਕ ਸੋਚਦੇ ਹੋ ਕਿ ਇਸ ਅੰਦੋਲਨ ਨੂੰ ਜਿਵੇਂ ਅੱਜ ਕਾਲਾ ਦਿਨ ਮਨਾਇਆ ਗਿਆ ਉਸ 2 ਸਾਲ ਪਹਿਲਾਂ ਵਾਪਰੇਗਾ? ਇਹ ਤਾਂ ਜੀ ਜਿਵੇਂ ਪੰਜਾਬ ਵਾਲੇ ਆ, ਬਹੁਤ ਵਧੀਆ ਪ੍ਰੋਟੈਸਟ ਚੱਲ ਰਿਹਾ ਸੀ। ਜਦੋਂ ਇਹ ਥੋੜਾ ਜਿਹਾ ਇਲੈਕਸ਼ਨ ਦੇ ਚੱਕਰ 'ਚ ਪੋਲਿਟਿਕਸ 'ਚ ਪੈ ਗਏ ਆ, ਉਸ 'ਚ ਥੋੜਾ ਜਿਹਾ ਆਪਾਂ ਕਿਸਾਨਾਂ ਨੂੰ ਥੋੜਾ ਜਿਹਾ ਨੁਕਸਾਨ ਝੇਲਣਾ ਪਿਆ, ਤੇ ਇਸ ਕਰਕੇ ਪੋਲਿਟਿਕਸ 'ਚ
ਨਾ ਜਾਂਦੇ ਤੇ ਬਹੁਤ ਵਧੀਆ ਆਪਣਾ ਰਹਿਣਾ ਸੀਗਾ ਸਿਸਟਮ ਇਹਨਾਂ ਦਾ। ਤੇ ਬਾਕੀ ਜਿਹੜਾ ਆਪਣਾ ਪ੍ਰੋਟੈਸਟ ਆ ਉਹ ਸਾਡੇ ਜਿਵੇਂ ਯੂਪੀ 'ਚ ਆ ਗੰਨੇ ਦਾ ਲਗਭਗ ਕਿ ਪਿਛਲੇ ਸਾਲ ਦੀ ਅਜੇ ਪੇਮੈਂਟ ਇੱਕ ਮਹੀਨੇ ਦੀ ਪੇਮੈਂਟ ਹੋਈ ਹੈ ਜੀ, ਸਾਲ ਦੀ ਪੇਮੈਂਟ ਅਜੇ ਬਾਕੀ ਹੈ ਜੀ। ਓਕੇ, ਜਿਸ ਤਰ੍ਹਾਂ ਇਹ ਦੋਸ਼ ਲੱਗੇ ਸੀਗੇ ਕੇਂਦਰੀ ਗ੍ਰਹਿ ਰਾਜ ਮੰਤਰੀ ਅਜੇ ਮਿਸ਼ਰਾ ਟੈਣੀ ਤੇ ਉਸਦੇ ਵੱਡੇ ਬੇਟੇ ਆਸ਼ੀਸ਼ ਮਿਸ਼ਰਾ ਉਰਫ ਮੋਨੂ ਮਿਸ਼ਰਾ ਤੇ ਕੁੱਲ 14 ਲੋਕ ਦੋਸ਼ੀ ਬਣਾਏ ਗਏ ਸੀ। ਜਾਂਚ ਲਈ ਬਣੀ SIT ਨੇ 5000 ਦੇ ਕਰੀਬ ਪੰਨਿਆਂ ਦੀ ਰਿਪੋਰਟ ਸੰਧੂ ਸਾਹਿਬ ਪੇਸ਼ ਕੀਤੀ ਸੀ ਤੇ ਲੋਅਰ ਕੋਰਟ ਨੇ ਸੁਪਰੀਮ ਕੋਰਟ ਤੱਕ ਇਹ ਕੇਸ ਗਿਆ। ਗਵਾਹੀਆਂ ਚੱਲ ਰਹੀਆਂ ਨੇ, ਮਾਰੇ ਗਏ ਕਿਸਾਨਾਂ ਦੇ ਘਰੇ ਪੁਲਿਸ ਤੈਨਾਤ ਆ। ਸਿਕਿਉਰਿਟੀ ਦੇ ਪੱਖੋਂ ਆਸ਼ੀਸ਼ ਮਿਸ਼ਰਾ ਜਾਂ ਕਿਉਂਕਿ ਰਸੂਖਦਾਰ ਪਰਿਵਾਰ ਨੇ ਖਤਰਾ ਹੋ ਸਕਦਾ ਹੈ, ਦੋਸ਼ੀ ਜ਼ਮਾਨਤ ਤੇ ਨੇ। ਇਸ ਦੌਰਾਨ ਇਹ ਜਿਹੜੇ ਦਰੜ ਕੇ ਮਾਰ ਦਿੱਤੇ ਗਏ ਸੀਗੇ ਤੇ ਉਸ ਸਿਲਸਿਲੇ ਦੇ ਵਿੱਚ ਜਿਹੜਾ ਕਈ ਸਵਾਲ ਉੱਠੇ ਤੇ ਹਾਲਾਂਕਿ ਜਿਹੜੇ 5 ਲੋਕ ਮਾਰੇ ਗਏ ਸੀਗੇ, ਰਮਨ ਕਸ਼ਪ ਜੋ ਲਖੀਮਪੁਰ ਦੇ ਨਿਗਾਸਨ ਦਾ ਹੀ ਪੱਤਰਕਾਰ ਸੀਗਾ ਤੇ ਉਸ ਦਾ ਪਰਿਵਾਰ ਵੀ ਸਦਮੇ 'ਚ ਹੈ। ਰਮਨ ਕਸ਼ਪ ਦਾ ਪਰਿਵਾਰ ਲਖਨਊ ਤੋਂ 200 ਕਿਲੋਮੀਟਰ ਦੂਰ ਨਿਗਾਸਨ ਤਹਿਸੀਲ ਦੇ ਵਿੱਚ ਰਹਿੰਦਾ ਹੈ ਤੇ ਇਸ ਦੌਰਾਨ ਜਿਹੜਾ ਉੱਥੇ ਆਲੇ ਦੁਆਲੇ ਸਾਰੇ ਅਜੇ ਮਿਸ਼ਰਾ ਟੋਨੀ ਦੇ ਜਾਂ ਆਸ਼ੀਸ਼ ਮਿਸ਼ਰਾ ਮੋਨੂ ਦੇ ਪੋਸਟਰ ਲੱਗੇ ਨੇ, ਕਿਉਂਕਿ ਇਹ ਧਮਕੀਆਂ ਵੀ ਦਿੰਦਾ ਸੀ ਕਿ ਮੈਂ ਲਖੀਮਪੁਰ ਤੋਂ ਪਾਰ ਮਾਰੂ, ਮੇਰੀ ਬੈਕਗਰਾਉਂਡ ਚੈੱਕ ਕਰ ਲਓ। ਇਹ ਮੰਤਰੀ ਅਜੇ ਮਿਸ਼ਰਾ ਟੋਨੀ ਇਹ ਟੈਣੀ ਇਹ ਐਲਾਨ ਕਰ ਰਿਹਾ ਸੀ ਸਟੇਜ ਤੋਂ ਇਸ ਘਟਨਾ ਤੋਂ। ਇਸ ਦੌਰਾਨ ਰਮਨ ਕਸ਼ਪ ਜਿਹੜਾ ਉਸ ਦਾ ਭਰਾ ਪਵਨ ਕਸ਼ਪ ਹੈ ਉਹ ਲੜਾਈ ਲੜ ਰਿਹਾ ਤੇ ਉਸ ਦੌਰਾਨ ਉਸ ਦੇ ਪਿਤਾ ਰਾਮ ਦੁਲਾਰੇ ਕਸ਼ਪ ਨੂੰ ਮਿਲਿਆ ਗਿਆ ਮੀਡੀਆ ਵੱਲੋਂ ਤੇ ਜਿਸ ਦੌਰਾਨ ਉਹਨਾਂ ਨੇ ਆਖਿਆ ਕਿ ਤਹਿਸੀਲ ਦੇ ਵਿੱਚ ਕਿਸਾਨਾਂ ਦੀ ਅਫਸਰਾਂ ਨਾਲ ਮੀਟਿੰਗ ਹੈ। ਪਵਨ ਉੱਥੇ ਗਿਆ ਹੋਇਆ ਤੇ ਉਹਦੇ ਨਾਲ ਤੇ ਬਹੁਤੀ ਕੋਈ ਗੱਲਬਾਤ ਨਹੀਂ ਕੀਤੀ ਮੀਡੀਆ ਨੇ, ਪਰ ਰਾਮ ਦੁਲਾਰੇ ਜੋ ਰਮਨ ਕਸ਼ਪ ਪੱਤਰਕਾਰ ਦੇ ਪਿਤਾ ਨੇ ਉਹਨਾਂ ਦਾ ਕਹਿਣਾ ਕਿ ਸਰਕਾਰ ਉਹਨਾਂ ਦੀ ਹੈ, ਜੋ ਭਲਾ ਹੋਗਾ ਉਹਨਾਂ ਨੇ ਕਰਨਾ, ਅਸੀਂ ਬੇਵਸ ਹਾਂ, ਅਸੀਂ ਕੋਰਟ ਤੇ ਵੀ ਭਰੋਸਾ ਨਹੀਂ ਕਰਦੇ। 8 ਲੋਕਾਂ ਦੀ ਮੌਤ ਹੋਈ ਸੀ, 3 BJP ਦੇ ਸੀਗੇ ਤੇ ਇਸ ਦੌਰਾਨ ਇਹ ਪੱਤਰਕਾਰ ਰਮਨ ਕਸ਼ਪ ਦੇ ਪਰਿਵਾਰ ਰਾਮ ਦੁਲਾਰੇ ਦਾ ਦਰਦ ਹੈ ਜਿਹੜਾ ਸਥਾਨਕ ਲੋਕਾਂ ਚੋਂ ਹੈ। ਹਾਲਾਂਕਿ ਸਾਨੂੰ ਪਤਾ ਕਿ ਉਸ ਲੜਾਈ ਨੂੰ ਸਿੱਖ ਬਨਾਮ ਮਹਾਰਾਜ ਜਾਣੀ ਕਿ ਪੰਡਤਾਂ ਦੀ ਲੜਾਈ ਵੀ ਬਣਾਉਣ ਦੀ ਕੋਸ਼ਿਸ਼ ਹੋਈ ਜਿਹੜੀ ਫੇਲ ਹੋਇਆ। 8 ਲੋਕਾਂ ਦੀ ਮੌਤ ਹੋਈ, ਪਰ ਰਮਨ ਕਸ਼ਪ ਦਾ ਪਿਤਾ ਰਾਮ ਦੁਲਾਰੇ ਕਸ਼ਪ ਕਹਿੰਦਾ ਹੁਣ ਤੇ ਰਾਮ ਹੀ ਰਾਖਾ ਹੈ। ਸੋ ਇਸ ਦੌਰਾਨ ਕਿਤੇ ਨਾ ਕਿਤੇ ਪਰਿਵਾਰਾਂ ਦੀ ਬੇਵਸੀ ਹੈ। ਉਹਨਾਂ ਦਾ ਕਹਿਣਾ ਕਿ ਜਿਸ ਸਪੀਡ ਨਾਲ ਇਹ ਕੇਸ ਚੱਲਦਾ ਹੈ ਲੱਗਦਾ ਕਿ 5-6 ਸਾਲ ਤਾਂ ਜ਼ਿਆਦਾ ਸੁਣਵਾਈ ਲਈ ਲੱਗ ਜਾਣਗੇ। ਇਹ ਫਾਸਟ ਟਰੈਕ ਤੇ ਹੋਣਾ ਚਾਹੀਦਾ ਹੈ। ਉਹਦੇ ਭਰਾ ਪਵਨ ਕਸ਼ਪ ਨੇ ਵੀ ਆਖਿਆ ਜਿਸ ਸਪੀਡ ਨਾਲ ਇਹ ਕੇਸ ਚੱਲ ਰਿਹਾ ਤੇ ਫੈਸਲਾ ਆਉਣ ਨੂੰ 5-7 ਸਾਲ ਘੱਟੋ ਘੱਟ ਲੱਗਣਗੇ। ਸੋ ਇਸ ਮਾਮਲੇ 'ਚ ਜਿਸ ਤਰ੍ਹਾਂ ਲਵਪ੍ਰੀਤ ਸਿੰਘ ਸੀ, ਥੋੜੀ ਜਿਹੀ ਉਮਰ ਦਾ ਮੁੰਡਾ ਸੀ, ਚੌਖੜਾ ਫਾਰਮ ਦਾ ਸੀਗਾ ਤੇ ਉਮਰ ਵੀ ਬਹੁਤੀ ਨਹੀਂ ਸੀਗੀ। ਚੌਖੜਾ ਫਾਰਮ ਦੇ ਇਹ ਆਮ ਪਰਿਵਾਰ ਦਾ ਮੁੰਡਾ ਸੀ, ਇਸ ਦੇ ਪਿਤਾ ਸਤਨਾਮ ਸਿੰਘ ਜਾਂ ਹੋਰ ਲੋਕ ਸਾਰੇ ਇਸ ਮਾਮਲੇ 'ਚ ਨੇ। ਕੀ ਲੱਗਦਾ ਹੈ ਸੰਧੂ ਸਾਹਿਬ ਕਿ ਜਿਸ ਤਰ੍ਹਾਂ ਸਪੀਡ ਜਿਹੜੀ ਜਾਂਚ ਦੀ ਜਾਂ ਖਾਸ ਕਰਕੇ ਕਾਨੂੰਨ ਦੀ, ਹਾਲਾਂਕਿ ਸੁਪਰੀਮ ਕੋਰਟ ਕਹਿੰਦਾ ਅਸੀਂ ਦੇਖ ਰੇਖ ਕਰ ਰਹੇ ਹਾਂ, ਜਿਹੜੀ ਚਾਲ ਹੈ ਉਹ ਬਹੁਤ ਸਲੋ ਹੈ ਸੁਣਵਾਈ ਦੀ? ਜੀ ਹਾਂਜੀ, ਤੁਹਾਡੀ ਗੱਲ ਸਹੀ ਹੈ ਜੀ। ਉਹਦੇ ਜਿਵੇਂ ਪਿਤਾ ਆਪਣੇ ਪਵਨ ਕਸ਼ਪ ਦੇ ਵੀ ਕਹਿ ਰਹੇ ਆ ਕਿ ਇਹ ਸਪੀਡ ਦੇਖੋ ਜੀ, ਪ੍ਰਸ਼ਾਸਨ ਤੇ ਜਿਵੇਂ ਲੋਅਰ ਕੋਰਟ ਵੀ ਚੱਲ ਰਿਹਾ, ਹਾਈ ਕੋਰਟ 'ਚ ਵੀ ਚੱਲ ਰਿਹਾ, ਇਹਨਾਂ ਦਾ ਕਿਉਂਕਿ ਪੈਸਾ ਅਗਰ ਇਹ ਲਾਉਂਦੇ ਆ ਸਾਰੇ ਇਹਨਾਂ ਨੇ ਯੂਨੀਅਨ ਵੱਲੋਂ ਜਾਂ ਫੰਡ ਇਕੱਠਾ ਕਰਕੇ ਲਾਉਣਾ। ਉਹ ਜਿਵੇਂ ਆਪਣੇ ਅਜੇ ਮਿਸ਼ਰਾ ਟੈਨੀ ਆ, ਉਹਦੇ ਕੋਲੇ ਬਾਹੂਬਲੀ ਆ, ਪੈਸੇ ਦਾ ਵੀ ਉਹਦੇ ਕੋਲੇ ਜ਼ੋਰ ਹੈਗਾ, ਉਹਨੇ ਆਪਦੇ ਕੋਲੋਂ ਲਾਉਣਾ। ਇੱਥੇ ਥੋੜਾ ਪੈਸੇ ਦੀ ਵੀ ਦਿੱਕਤ ਆਉਂਦੀ ਆ, ਹਰੇਕ ਚੀਜ਼ ਦੀ ਵੀ ਸਮੱਸਿਆ ਹੈਗੀ ਆ, ਕੇਸ ਲੜਨ 'ਚ ਵੀ ਦਿੱਕਤ ਆ ਤੇ ਹਰੇਕ ਜਿਹੜਾ ਕੇਸ ਲੜਦਾ ਉਹਨੂੰ ਆਪਦੀ ਜਾਨ ਮਾਲ ਦਾ ਵੀ ਖਤਰਾ ਕਿ ਉਹਦੇ ਤੇ ਵੀ ਕੁਝ ਵੀ ਹੋ ਸਕਦਾ, ਅਟੈਕ ਵੀ ਹੋ ਸਕਦਾ। ਤੇ ਇਹ ਚੀਜ਼ਾਂ ਕਿਤੇ ਨਾ ਕਿਤੇ ਕੇਸ ਨੂੰ ਥੋੜਾ ਜਿਹਾ ਜੀ, ਜਿਸ ਤਰ੍ਹਾਂ ਇਸ ਕੇਸ ਦੇ ਵਕੀਲ ਨੇ, ਮੇਰੀ ਗੱਲ ਹੋਈ ਵੀ ਸੀ ਉਹਨਾਂ ਨਾਲ, ਪਰ ਚਲੋ ਮਜਬੂਰੀਆਂ ਹੁੰਦੀਆਂ ਨੇ ਸਮੇਂ ਦੀਆਂ। ਉਹ ਸੁਰੇਸ਼ ਕੁਮਾਰ ਸਿੰਘ ਜਿਹੜੇ ਵਕੀਲ ਨੇ ਉਹਨਾਂ ਨੇ ਆਖਿਆ ਕਿ 2 FIR ਹੋਈਆਂ ਸੀ। ਪਹਿਲੇ ਕੇਸ ਦੇ ਵਿੱਚ 4 ਕਿਸਾਨ ਤੇ 1 ਪੱਤਰਕਾਰ ਦੀ ਹੱਤਿਆ ਦਾ ਤੇ ਜਿਸ ਦੇ ਵਿੱਚ ਆਸ਼ੀਸ਼ ਮਿਸ਼ਰਾ ਉਰਫ ਮੋਨੂ ਸਮੇਤ 14 ਲੋਕ ਦੋਸ਼ੀ ਨੇ। ਦੂਜਾ ਕੇਸ ਭਾਜਪਾ ਦੇ ਕਾਰਜਕਰਤਾ ਦੀ ਹੱਤਿਆ ਦਾ ਜਿਸ ਦੇ ਵਿੱਚ 3 ਕਿਸਾਨ ਦੋਸ਼ੀ ਨੇ, ਜਿਹੜਾ ਕ੍ਰਾਸ ਪਰਚਾ ਹੋਇਆ ਸੀ ਕਿ 3 BJP ਦੇ ਲੋਕ ਮਾਰੇ ਗਏ, ਹਾਲਾਂਕਿ ਉਹ ਘਟਨਾਕ੍ਰਮ ਦਾ ਹਿੱਸਾ ਸੀ। ਪਹਿਲੇ ਕੇਸ ਦਾ ਟ੍ਰਾਇਲ ਸ਼ੁਰੂ ਹੋ ਗਿਆ, 4 ਗਵਾਹੀਆਂ ਹੋਈਆਂ ਨੇ, 5ਵੇਂ ਦੀ ਗਵਾਹੀ ਚੱਲ ਰਹੀ ਹੈ ਤੇ 208 ਗਵਾਹ ਨੇ। ਪਬਲਿਕ ਸਰਵੈਂਟ ਜਿਵੇਂ ਇਨਵੈਸਟੀਗੇਸ਼ਨ ਆਫਿਸਰ ਹੈ, ਡਾਕਟਰ ਨੇ, ਮੌਕੇ ਤੇ ਮੌਜੂਦ ਅਧਿਕਾਰੀ ਨੇ, ਉਹਨਾਂ ਨੂੰ ਬੁਲਾਉਣਾ ਪਵੇਗਾ। ਬਾਕੀ ਗਵਾਹ ਜਿਨ੍ਹਾਂ ਦੇ ਵਿੱਚ ਸਿੱਟ ਦੇ ਸਾਹਮਣੇ ਜਿਨ੍ਹਾਂ ਨੇ ਬਿਆਨ ਦਰਜ ਕਰਾਏ ਨੇ ਉਹਨਾਂ ਨੂੰ ਬੁਲਾਇਆ ਜਾਏਗਾ। ਯਾਨੀ 208 ਦੇ ਕਰੀਬ ਟੋਟਲ ਗਵਾਹ ਬਣਦੇ ਨੇ। ਪਹਿਲੇ ਕੇਸ 'ਚ ਟ੍ਰਾਇਲ ਸ਼ੁਰੂ ਹੋਇਆ, 4 ਗਵਾਹੀਆਂ ਹੋ ਚੁੱਕੀਆਂ ਨੇ, 5ਵੇਂ ਦੀ ਗਵਾਹੀ ਚੱਲ ਰਹੀ ਹੈ। ਸੁਰੇਸ਼ ਕੁਮਾਰ ਸਿੰਘ ਜੋ ਵਕੀਲ ਨੇ ਇਸ ਕੇਸ ਨਾਲ ਜੁੜੇ ਉਹਨਾਂ ਨੇ ਆਖਿਆ ਜਿਹੜਾ ਕਿਸਾਨਾਂ ਤੇ ਕੇਸ ਹੈ
ਉਸ ਮੁਤਲਕ ਕੀ ਸਥਿਤੀ ਹੈ ਜਿਸ ਦੇ ਵਿੱਚ ਕੁਝ ਕਿਸਾਨ ਨੇ, ਹਾਲਾਂਕਿ ਇਸ ਦੇ ਵਿੱਚ ਕਈ ਵਕੀਲ ਨੇ, ਲੋਅਰ ਕੋਰਟ ਦੇ ਵਿੱਚ ਮੁਹੰਮਦ ਖਵਾਜਾ ਆ, ਮੁਹੰਮਦ ਅਮਾਨ ਹੈ ਤੇ ਕਈ ਸਾਰੇ ਵਕੀਲ ਤੁਹਾਡੀ ਤਰਫੋਂ ਨੇ, ਫਿਰ ਇਹ ਵਕੀਲਾਂ ਦੇ ਖਰਚੇ ਇਹ ਕੌਣ ਕਰਦਾ? ਪ੍ਰਸ਼ਾਂਤ ਭੂਸ਼ਣ ਵੀ ਨੇ, ਉੱਘੇ ਵਕੀਲ ਨੇ, ਸੁਪਰੀਮ ਕੋਰਟ ਦੇ ਵਿੱਚ ਆਮ ਆਦਮੀ ਪਾਰਟੀ 'ਚ ਹੁੰਦੇ ਸੀਗੇ, ਕਮਾਲ ਦੇ ਵਕੀਲ ਨੇ, ਸ਼ਾਂਤੀ ਭੂਸ਼ਣ ਦੇ ਬੇਟੇ ਨੇ, ਸਾਬਕਾ ਕਾਨੂੰਨ ਮੰਤਰੀ ਦੇ। ਜੀ ਐਸਕੇਐਮ ਨੇ ਵੀ ਮਦਦ ਕੀਤੀ ਹੈ, ਕੁਝ ਮਤਲਬ ਆਪਣੇ ਗੁਰੂ ਘਰਾਂ 'ਚ ਵੱਲੋਂ ਵੀ ਮਦਦ ਕੀਤੀ ਗਈ ਆ, ਗੁਰੂ ਸੰਸਥਾ ਜਿਹੜੀਆਂ ਆਪਣੀਆਂ ਗੁਰਦੁਆਰਿਆਂ ਦੀਆਂ ਸੰਸਥਾ ਉਹਨਾਂ ਵੱਲੋਂ ਵੀ ਪੈਸੇ ਦੀ ਇਹਦੇ 'ਚ ਕੀਤਾ ਗਿਆ। ਤੇ ਇਸ ਤਰੀਕੇ ਨਾਲ ਹੀ ਇਹ ਚੱਲ ਰਿਹਾ, ਕਿਉਂਕਿ ਆਪਾਂ ਪੈਸੇ ਇਕੱਠੇ ਕਰਕੇ ਥੋੜਾ ਉਹ ਤੇ ਟਾਈਮ ਸਮੇਂ ਲੱਗ ਰਿਹਾ, ਕਿਉਂਕਿ ਉਹ ਪੈਸੇ ਵਾਲਾ ਬੰਦਾ ਕਰੋੜਾਂ ਰੁਪਈਆ ਉਹਦੇ ਕੋਲੇ ਆ, ਉਹ ਕਿਤੇ ਵੀ ਪੈਸੇ ਲਾ ਸਕਦਾ। ਆਪਾਂ ਨੂੰ ਜਿਹੜੀ ਫੰਡਿੰਗ ਇਕੱਠੀ ਕਰਕੇ ਲਾਉਣੀ ਪੈਂਦੀ ਆ, ਇਸ ਕਰਕੇ ਥੋੜਾ ਕੇਸ ਦੀ ਜਿਵੇਂ ਸੰਧੂ ਸਾਹਿਬ ਦੇਖੋ, ਜਿਹੜਾ ਪੱਤਰਕਾਰ ਰਮਨ ਕਸ਼ਪ ਮਾਰਿਆ ਗਿਆ, ਉਹਦੇ ਘਰ ਦੇ ਨੇੜੇ ਦੇ ਰਹਿਣ ਵਾਲਾ, ਇੱਕ ਤਿੰਨਕੁਨੀਆਂ ਦਾ ਰਹਿਣ ਵਾਲਾ ਜਸਪਾਲ ਸਿੰਘ ਹੈ, ਉਹ ਕਹਿੰਦਾ ਮੈਂ ਮੰਤਰੀ ਦੇ ਬੇਟੇ ਆਸ਼ੀਸ਼ ਮਿਸ਼ਰਾ ਨੂੰ, ਮੋਨੂ ਨੂੰ ਪਹਿਚਾਣਦਾ। ਘਟਨਾ ਵਾਲੇ ਦਿਨ ਉਹ ਥਾਰ ਗੱਡੀ ਸੀ, ਮੇਰਾ ਬਿਆਨ ਸਿੱਟ ਨੇ ਲਿਆ, 14 ਨੂੰ ਦੋਸ਼ੀ ਬਣਾਇਆ ਗਿਆ। ਇਹ ਸਭ ਮੌਕੇ ਤੇ ਸੀ। ਗਵਾਹ ਪ੍ਰਗਟ ਸਿੰਘ ਨੇ ਵੀ ਆਖਿਆ ਕਿ ਮੈਂ ਮੰਚ ਦੇ ਨੇੜੇ ਸੀ, ਜੇਐਨਯੂ ਦੇ ਪ੍ਰੋਫੈਸਰ ਸਪੀਚ ਦੇ ਰਹੇ ਸੀ, ਉਦੋਂ ਹੱਲਾ ਮੱਚਿਆ ਤੇ ਮੋਨੂ ਕਿਸਾਨਾਂ ਤੇ ਗੱਡੀ ਚੜਾ ਕੇ ਨਿਕਲ ਗਿਆ। ਜੀ ਅਸੀਂ ਵੀ ਮੌਕੇ ਤੇ ਸੀ ਉੱਥੇ, ਅਸੀਂ ਮੌਕੇ ਤੇ ਸੀ। ਕੀ ਵੇਖਿਆ ਤੁਸੀਂ ਉਸ ਮੌਕੇ ਵਾਰਦਾਤ ਤੇ ਸੰਧੂ ਸਾਹਿਬ? ਮੌਕੇ ਲਗਭਗ 2:30 ਪੌਣੇ 3 ਦਾ ਟਾਈਮ ਸੀਗਾ ਜੀ। ਅੰਦੋਲਨ ਦਾ ਜਿਹੜਾ ਕਾਲੇ ਝੰਡਿਆਂ ਦਾ ਪ੍ਰੋਗਰਾਮ ਲਗਭਗ ਖਤਮ ਹੋ ਗਿਆ ਸੀਗਾ, ਤੇ ਮਤਲਬ ਵਾਪਸੀ ਕਿਸਾਨ ਦੇ ਜਿਹੜਾ ਬੈਕ ਸਾਈਡ ਤੋਂ ਆ ਕੇ ਜਦੋਂ ਇੱਕਦਮ 3 ਗੱਡੀਆਂ ਆਈਆਂ, ਤੇ ਪਹਿਲਾਂ ਦੇ ਮਤਲਬ ਗੱਡੀਆਂ ਆਈਆਂ ਜੀ, ਭੀੜ ਦੇ ਵਿੱਚ ਵੀ ਧੂੜ ਜਾਤੀ, ਇੰਨੀ ਸਪੀਡ ਨਾਲ ਗੱਡੀਆਂ ਸੀਗੀਆਂ, ਤੇ ਕਿਸਾਨ ਜਿਵੇਂ ਬੈਕ ਸਾਈਡ ਤੋਂ, ਕਿਸਾਨਾਂ ਤੋਂ ਬੈਕ ਸਾਈਡ ਤੋਂ ਗੱਡੀਆਂ ਪਿੱਛੋਂ ਚੜਾਈਆਂ ਗਈਆਂ। ਉਦੋਂ ਬਾਅਦ ਮਤਲਬ ਚੋਂ ਫਾਇਰਿੰਗ ਵੀ ਹੋਈ ਆ, ਉਹਦੇ ਚੋਂ ਮਤਲਬ ਡਾਂਗਾ ਜਿਵੇਂ ਛੋਟੀਆਂ ਹੁੰਦੀਆਂ, ਛੋਟੀਆਂ ਦੇ ਕਿ ਉਹ ਨੁਕੀਲੇ ਛੁਰੇ ਜਿਹੇ ਲਾਏ ਸੀ, ਉਹ ਵੀ ਮਾਰਨ ਵਾਸਤੇ, ਤੇ ਮਤਲਬ ਕਾਫੀ ਪੂਰੀ ਤਿਆਰੀ ਨਾਲ ਕਰਕੇ ਆਏ ਸੀਗੇ। ਕਿਉਂਕਿ ਉਹਦੀ ਇੱਕ ਵੀਡੀਓ ਵੀ ਵਾਇਰਲ ਹੋਈ ਸੀ, ਲੇਕਿਨ ਉਹ ਪ੍ਰਸ਼ਾਸਨ ਨੇ ਥੋੜੀ ਜੀ ਉਹ ਵੀਡੀਓ ਹਟਾਤੀ ਆ। ਜਦੋਂ ਇਹ ਉੱਥੋਂ ਤੁਰਿਆ, ਉੱਥੋਂ ਪਿਸਟਲ ਦਾ ਮਤਲਬ ਜਿਵੇਂ ਟੇਗਰ ਚੜਾ ਕੇ, ਜੇ 5-7 ਜਣੇ ਇਹਦੇ ਮਗਰ ਸੀਗੇ, ਲਾਈਵ ਚਲਾਇਆ ਸੀ ਉੱਥੋਂ, ਕਿਸੇ ਇਹਦੇ ਹੀ ਖਾਸ ਬੰਦੇ ਨੇ ਕਿਸੇ ਲਾਈਵ ਚਲਾਤਾ ਸੀ, ਉਹ ਪਿਸਟਲ ਚੜਾ ਕੇ ਤੇ ਇਹ ਤੁਰਿਆ ਸੀਗਾ। ਉਹ ਸਾਡੇ ਕੋਲ ਪਿਆ ਹੋਣਾ ਕਿਤੇ ਨਾ ਕਿਤੇ ਕੰਪਿਊਟਰ 'ਚ ਜਾਂ ਲੈਪਟਾਪ 'ਚ, ਤੇ ਉਹ ਅਸੀਂ ਪ੍ਰਸ਼ਾਸਨ ਨੂੰ ਵੀ ਦਿੱਤਾ ਸੀ, ਲੇਕਿਨ ਉਸ ਤੇ ਪ੍ਰਸ਼ਾਸਨ ਉਹਨਾਂ ਨੇ ਕੋਈ ਇਹੋ ਜਿਹੀ ਜਾਂ ਸਿਟੀ ਨੇ ਕੋਈ ਇਹੋ ਜਿਹੀ ਗੱਲ ਕੀਤੀ ਸੀ, ਉਹ ਇਹ ਲੱਗਾ ਕਿ ਉਸ ਚੀਜ਼ ਨੂੰ ਦਬਾ ਰਿਹਾ ਪ੍ਰਸ਼ਾਸਨ ਵੀ ਤੇ ਜੀ। ਆਖਰ ਦੇ ਵਿੱਚ ਸੰਧੂ ਸਾਹਿਬ, ਫਿਰ ਆਪਣੇ ਜਰਨਲਿਸਟ ਨੇ ਸਾਡੇ, ਉਹਨਾਂ ਨੇ ਆਉਣਾ, ਤੇ ਤੁਹਾਡਾ ਆਖਰ 'ਚ ਕੋਈ ਸੁਨੇਹਾ? ਉਸ ਤੋਂ ਪਹਿਲਾਂ ਮੈਂ ਜਾਣਨਾ ਚਾਹਾਂਗਾ ਕਿ ਆਸ਼ੀਸ਼ ਮਿਸ਼ਰਾ ਔਰ ਮੋਨੂ ਇਸ ਦੇ ਵਿੱਚ ਦੋਸ਼ੀ ਹੈ, ਹੋਰ 14 ਦੋਸ਼ੀ ਅੰਕਿਤ ਦਾਸ ਹੈ, ਰਿੰਕੂ ਰਾਣਾ ਹੈ, ਨੰਦਨ ਸਿੰਘ ਬਿਸਟ ਹੈ, ਧਰਮਿੰਦਰ ਸਿੰਘ ਬੰਜਾਰਾ, ਸਤਿਆਮ ਤ੍ਰਿਪਾਠੀ, ਉਲਾਸ ਕੁਮਾਰ ਤ੍ਰਿਵੇਦੀ, ਸ਼ਿਸ਼ੂਪਾਲ, ਵਰਿੰਦਰ ਕੁਮਾਰ ਸ਼ੁਕਲਾ, ਲਵ ਕੁਸ਼, ਲਤੀਫ ਉਰਫ ਕਾਲੇ, ਸ਼ੇਖਰ ਭਾਰਤੀ, ਸੁਮੀਤ ਜਾਇਸਵਾਲ ਤੇ ਅਤੀਸ਼ ਪਾਂਡੇ। ਹੁਣ ਇਹਨਾਂ ਦੇ ਵਿੱਚੋਂ ਤੁਸੀਂ ਵੇਖੋ ਕਿ ਹਰੀਓਮ ਮਿਸ਼ਰਾ, ਸ਼ੁਭਮ ਮਿਸ਼ਰਾ ਤੇ ਸ਼ਿਆਮ ਸੁੰਦਰ ਮਿਸ਼ਰਾ, ਜਾਨੀ 3 ਦੋਸ਼ੀਆਂ ਦੀ ਮੌਤ ਵੀ ਹੋ ਚੁੱਕੀ ਹੈ। ਜਿਸ ਹਿਸਾਬ ਦੇ ਨਾਲ ਮਤਲਬ ਤਰੀਖ ਦਰ ਤਰੀਖ ਸਾਡਾ ਸਿਸਟਮ ਹੈ, ਲੱਗਦਾ ਨਹੀਂ ਕਿ ਇਨਸਾਫ ਸਮੇਂ ਸਿਰ ਮਿਲੇਗਾ। ਸਪੈਸ਼ਲ ਜਿਹੜਾ ਫਾਸਟ ਟਰੈਕ ਵਾਲੀ ਕੋਈ ਗੱਲ ਨਹੀਂ ਹੈ। ਤੇ ਆਮ ਫਿਰ ਹੁਣ ਜਿਸ ਤਰ੍ਹਾਂ ਪਰਿਵਾਰ ਨੇ, ਜਿਸ ਤਰ੍ਹਾਂ ਗੁਰਵਿੰਦਰ ਸਿੰਘ ਕਿਸਾਨ ਸੀ, ਉਸ ਦੀ ਮੌਤ ਹੋਈ, ਛੋਟੀ ਉਮਰ ਦਾ ਸੀ। ਜਗਜੀਤ ਸਿੰਘ ਸੀਗਾ ਜਿਹੜਾ ਸਰਕਾਰ ਨੇ ਨੌਕਰੀ ਦਾ ਭਰੋਸਾ ਦਿੱਤਾ, ਪਰ ਪਰਿਵਾਰ ਨੂੰ ਨੌਕਰੀ ਨਹੀਂ ਮਿਲੀ। ਹਥਿਆਰ ਦੇ ਲਾਇਸੈਂਸ ਦੇਣ ਦਾ ਵਾਅਦਾ ਕੀਤਾ ਪਰ ਪੂਰਾ ਨਹੀਂ ਹੋਇਆ। ਇਹ ਜਗਜੀਤ ਸਿੰਘ ਜੋ ਦਲਜੀਤ ਸਿੰਘ ਦੇ ਭਰਾ ਨੇ, ਉਹਨਾਂ ਦਾ ਬਿਆਨ ਹੈ। ਇਸ ਤਰ੍ਹਾਂ ਜਿਹੜਾ ਸੀਗਾ ਬਾਕੀ ਕਿਸਾਨਾਂ ਨੇ ਵੀ ਆਪਣੀ ਵਿਥਿਆ ਦੱਸੀ ਅੱਜ ਮੀਡੀਆ ਨੂੰ ਕਿ ਸਥਿਤੀ ਕੀ ਹੈ। ਹਾਲਾਂਕਿ ਉਹਨਾਂ ਦੇ ਘਰਾਂ ਦੇ ਬਾਹਰ ਪੁਲਿਸ ਤੈਨਾਤ ਹੈ ਉਹਨਾਂ ਦੀ ਹਿਫਾਜ਼ਤ ਵਾਸਤੇ। ਤੇ ਇਹ ਲਵਪ੍ਰੀਤ ਨੌਜਵਾਨ ਮੁੰਡਾ ਸੀ ਜਿਹੜਾ ਇਸ ਦੌਰਾਨ ਜਿਸ ਦੀ ਮੌਤ ਹੋਈ। ਨਛੱਤਰ ਸਿੰਘ ਜੋ ਧੌਰਹਰਾ ਦਾ ਨਾਮਦਾਰ ਪੁਰਵਾ ਪਿੰਡ ਦਾ ਸੀਗਾ, ਇਸ ਦੀ ਵੀ 3/10/21 ਨੂੰ ਮੌਤ ਹੋਈ, ਕਿਸਾਨ ਸੀਗਾ। ਤੇ ਇਸੇ ਦੌਰਾਨ ਉਹਨਾਂ ਦੇ ਵੀ ਸਿਕਿਉਰਿਟੀ ਲੱਗੀ ਹੈ। ਹਾਲਾਂਕਿ ਕਿਸਾਨਾਂ ਨੇ ਇਹਨਾਂ ਲੋਕਾਂ ਦੀਆਂ ਕਿਸਾਨ ਅੰਦੋਲਨ ਦੇ ਸ਼ਹੀਦਾਂ ਦੇ ਤੌਰ ਤੇ, ਜਿਵੇਂ ਜਗਦੀਪ ਦੇ ਘਰ ਦੇ ਬਗਲ ਦੇ ਵਿੱਚ ਉਹਨਾਂ ਦੇ ਪਿਤਾ ਦੀ ਸਮਾਧੀ ਬਣਾਈ ਹੈ, ਸ਼ਹੀਦ ਨਛੱਤਰ ਸਿੰਘ ਲਿਖਿਆ। ਇਸ ਤਰ੍ਹਾਂ ਦੀਆਂ ਕੁਝ ਯਾਦਗਾਰਾਂ ਵੀ ਬਣੀਆਂ ਨੇ। ਤੇ ਇਸੇ ਸਿਲਸਿਲੇ ਵਿੱਚ ਜਿਹੜਾ ਕਿਤੇ ਨਾ ਕਿਤੇ ਪਰਿਵਾਰਾਂ ਦੇ ਵਿੱਚ ਖੌਫ ਵੀ ਹੈ, ਜਾਂ ਪਰਿਵਾਰਾਂ ਨੂੰ ਕੋਈ ਡਰ ਭੈ ਨਹੀਂ ਹੈ? ਕਿਸ ਤਰ੍ਹਾਂ ਦੀ ਆਮ ਕਿਸਾਨਾਂ ਦੀ ਸਥਿਤੀ ਹੈ? ਜਿਵੇਂ ਅੱਜ ਕੱਲ੍ਹ ਹਿੰਦੂ ਸਿੱਖ ਹੋਣ ਲੱਗ ਪਿਆ, ਜਾਂ ਕੈਨੇਡਾ ਤੇ ਭਾਰਤ ਦੇ ਸੰਬੰਧ ਅਤੇ ਖਾਲਿਸਤਾਨ ਮੂਵਮੈਂਟ ਦਾ ਬਿਨਾਂ ਵਜ੍ਹਾ ਰੌਲਾ, ਇਹਨੂੰ ਕਿੱਦਾਂ ਵੇਖਦੇ ਹੋ?
ਇਹ ਤਾਂ ਜੀ ਜਿੱਦਣ ਕਾਂਡ ਹੋਇਆ ਸੀ ਉਦੋਂ ਵੀ ਇਹ ਹਿੰਦੂ ਵਰਸ ਸਿੱਖ ਦਾ ਉਦੋਂ ਹੀ ਕਰ ਦੇਣ ਲੱਗੇ ਸੀ, ਲੇਕਿਨ ਅਸੀਂ ਪ੍ਰਸ਼ਾਸਨ ਨੂੰ ਮਤਲਬ ਪੂਰਾ ਟਾਈਟ ਕੀਤਾ, ਲੇਕਿਨ ਉਹਨਾਂ ਨੇ ਫੋਰਸ ਲੈ ਕੇ ਹੋਰ ਫੋਰਸ ਬੁਲਾਈ। ਉੱਤੇ ਟਕੈਤ ਸਾਹਿਬ ਨਾਲ ਵੀ ਗੱਲ ਹੋ ਗਈ, ਫਿਰ ਮਤਲਬ ਉੱਤੋਂ ਵੀ ਅਧਿਕਾਰੀਆਂ ਨਾਲ ਗੱਲ ਹੋ ਗਈ ਕਿ ਮਤਲਬ ਇੱਥੇ ਕਿਸੇ ਵੀ ਕਿਸਾਨ ਨੂੰ ਕੋਈ ਹੋਣਾ ਨਹੀਂ ਚਾਹੀਦਾ। ਬਾਕੀ ਇੱਥੋਂ ਯੂਪੀ ਦੇ ਜਿੰਨੇ ਵੀ ਮਤਲਬ ਸਿੱਖ ਸੀ ਆਪਣੇ ਜਾਂ ਕਿਸਾਨ ਯੂਨੀਅਨ ਨਾਲ ਜਿੰਨੇ ਵੀ ਜੁੜੇ ਸੀ, ਸਾਰਿਆਂ ਨੇ ਮਤਲਬ ਰੋਡ ਜਾਮ ਕਰਤੇ, ਪ੍ਰਸ਼ਾਸਨ ਤੇ ਪੂਰਾ ਦਬਾਅ ਪਿਆ, ਇਸ ਕਰਕੇ ਥੋੜਾ ਜਿਹਾ ਇੱਥੇ ਬਚਾ ਰਿਹਾ, ਨਹੀਂ ਤੇ ਇੱਥੇ ਹੋ ਸਕਦਾ ਸੀ ਕਿ ਘਟਨਾ ਹੋਰ ਵੱਡੀ ਹੋ ਸਕਦੀ ਸੀ। ਬਿਲਕੁਲ ਸੰਧੂ ਸਾਹਿਬ, ਜਿਵੇਂ ਮਤਲਬ ਉਦੋਂ ਗੱਲ ਵੀ ਚੱਲੀ ਸੀ ਕਿ ਮਹਾਰਾਜ ਮਾਰ ਦਿੱਤੇ ਜਿਹੜੇ ਲੋਕ ਸੀ, ਪੰਡਤ ਮਹਾਰਾਜ ਨੂੰ ਕਿਹਾ ਜਾਂਦਾ ਹੈ। ਤੇ ਹੁਣ ਸੰਧੂ ਸਾਹਿਬ ਥੋੜਾ ਜਿਹਾ ਮੈਂ ਕਰੰਟ ਇਸ਼ੂਜ਼ ਤੇ ਜਾਣਨਾ ਚਾਹਾਂਗਾ। ਜਿਵੇਂ ਹੁਣ ਪਿਛਲੇ ਦਿਨਾਂ ਤੋਂ ਪੰਜਾਬ ਦੇ ਵਿੱਚ ਗੱਲ ਹੋ ਰਹੀ ਹੈ, ਕੋਈ ਲੋਕ ਖਾਲਿਸਤਾਨ ਦਾ ਰੌਲਾ ਪਾਈ ਬੈਠੇ ਨੇ, ਜਿਹੜਾ ਸਿਆਸੀ ਰੌਲਾ, ਪੰਜਾਬ 'ਚ ਕੋਈ ਅਜਿਹੀ ਗੱਲ ਨਹੀਂ। ਇਹਨਾਂ ਚੀਜ਼ਾਂ ਦਾ ਕੀ ਅਸਰ ਵੇਖਦੇ ਹੋ ਜਿਹੜੇ ਸਿੱਖ ਪੰਜਾਬ ਤੋਂ ਬਾਹਰ ਨੇ? ਉਹ ਫਿਰ ਕੁਦਰਤੀ ਉਹ ਮਤਲਬ ਪਿਛਲੇ ਕਿਸਾਨ ਅੰਦੋਲਨ ਨੂੰ ਖਿਲਾਰਨ ਦਾ ਜੋ ਪੈਟਰਨ ਸੀਗਾ ਤੇ ਉਹ ਡਰ ਭਉ ਹੈ, ਕਿਉਂਕਿ ਲਾਲ ਕਿਲੇ ਤੇ ਝੰਡਾ ਲਹਿਰਾਉਣਾ, ਨਿਸ਼ਾਨ ਸਾਹਿਬ ਲਹਿਰਾਉਣਾ, ਉਹ ਇਸ਼ੂ ਨੇ ਵੀ ਡਿਫੇਮ ਕੀਤਾ ਅੰਦੋਲਨ ਨੂੰ। ਹੁਣ ਜਿਹੜਾ ਇਹ ਕੁਛ ਵਾਪਰ ਰਿਹਾ, ਇੰਡੀਆ ਜਾਂ ਕੈਨੇਡਾ ਦੇ ਸੰਬੰਧ ਵਿਗੜ ਰਹੇ ਨੇ, ਖਾਲਿਸਤਾਨ ਬਨਾਮ ਹਿੰਦੁਸਤਾਨ ਹੋ ਰਿਹਾ, ਇਹਦੇ ਨਾਲ ਪੰਜਾਬ ਤੋਂ ਬਾਹਰ ਬੈਠਾ ਆਮ ਸਿੱਖ ਕੀ ਸੋਚਦਾ, ਜਾਂ ਤੁਸੀਂ ਕਿਸਾਨ ਯੂਨੀਅਨਾਂ ਲਈ ਲੜਨ ਵਾਲੇ ਲੋਕ ਕੀ ਸੋਚਦੇ ਹੋ ਜੀ ਆਖਰ 'ਚ? ਨਹੀਂ, ਅਸੀਂ ਤੇ ਜਿਵੇਂ ਹੀ ਭਾਰਤ ਆਪਾਂ ਆਜ਼ਾਦੀ ਆਪਣਾ ਕੁਰਬਾਨੀਆਂ ਦੇ ਕੇ ਭਾਰਤ ਨੂੰ ਆਜ਼ਾਦ ਕਰਾਇਆ, ਤੇ ਆਪਾਂ ਤੇ ਭਾਰਤ ਹੀ ਵਾਸੀ ਆ ਤੇ ਇਹਦੇ ਹੀ ਰਹਿਣਾ ਚਾਹੁੰਦੇ ਸਾਰੇ, ਕਿਉਂਕਿ ਇੱਥੇ ਵੀ ਸਾਰਾ ਸਿਸਟਮ ਲਗਭਗ ਇਹੀ ਹੈ। ਬਾਕੀ ਕਿਸਾਨ ਜਦੋਂ ਵੀ ਸਿੱਖ ਕਿਸਾਨ ਕੋਈ ਵੀ ਆਵਾਜ਼ ਚੱਕਦਾ, ਉਹਦੇ ਤੇ ਕੋਈ ਨਾ ਕੋਈ ਆਰੋਪ ਲੱਗ ਜਾਂਦੇ ਕਿ ਖਾਲਿਸਤਾਨ ਆ ਜਾਂ ਕੋਈ ਵੀ ਆ ਅੱਤਵਾਦੀ ਆ, ਉਹਦੇ ਤੇ ਆਰੋਪ ਇਹ ਲੱਗਦੇ ਵੀ ਆ ਤੇ ਲੱਗਦੇ ਰਹਿਣੇ ਵੀ ਆ ਜੀ। ਜੀ। ਸੋ ਸੰਧੂ ਸਾਹਿਬ ਬਹੁਤ ਬਹੁਤ ਧੰਨਵਾਦ, ਮਿਹਰਬਾਨੀ, ਤੁਸੀਂ ਸਮਾਂ ਕੱਢਿਆ ਆਪਣਾ। ਜੇ ਕੋਈ ਐਡਰੈਸ ਵਗੈਰਾ ਦੇਣਾ ਚਾਹੁੰਦੇ ਤਾਂ ਤੁਹਾਡਾ ਸਵਾਗਤ। ਤੁਹਾਡਾ ਵੀ ਤੇ ਸਾਰੇ ਸਰੋਤਿਆਂ ਦਾ ਜੀ। ਮਿਹਰਬਾਨੀ ਸੰਧੂ ਸਾਹਿਬ, ਥੈਂਕ ਯੂ। ਇਹ ਸਨ ਦੋਸਤੋ ਅਮਨਦੀਪ ਸਿੰਘ ਸੰਧੂ, ਜਿਹੜੇ ਕਿ ਕਿਸਾਨ ਯੂਨੀਅਨ ਟਕੈਤ ਦੇ ਉੱਥੋਂ ਜਨਰਲ ਸਕੱਤਰ ਨੇ ਯੂਪੀ ਤੋਂ। ਸੋ ਅੱਜ ਕਿਸਾਨ ਅੰਦੋਲਨ ਦੇ ਦੌਰਾਨ ਜਿਸ ਤਰ੍ਹਾਂ ਪੰਜਾਬ ਦੇ ਵਿੱਚ ਵੀ ਕਈ ਘਟਨਾਕ੍ਰਮ ਘਟੇ ਨੇ, ਉਸ ਸਿਲਸਿਲੇ ਵਿੱਚ ਜਿਵੇਂ ਪੰਜਾਬ ਦੇ MLAs ਦੇ ਜਾਂ ਹੋਰ ਲੋਕਾਂ ਦੇ ਘਰਾਂ ਦੇ ਬਾਹਰ ਪ੍ਰਦਰਸ਼ਨ ਹੋਏ ਨੇ, ਇਸ ਸਿਲਸਿਲੇ ਦੇ ਵਿੱਚ ਲਾਭ ਸਿੰਘ ਉਗੋਕੇ ਉਸ ਦੇ ਘਰ ਦੇ ਬਾਹਰ ਵੀ ਕਿਸਾਨਾਂ ਨੇ ਪ੍ਰਦਰਸ਼ਨ ਕੀਤਾ। ਹਾਲਾਂਕਿ ਕਿਸੇ ਨੇ ਵਾਇਰਲ ਕਰ ਦਿੱਤਾ ਕਿ ਉਗੋਕੇ ਦਾ ਮੀਟਰ ਸਾੜ ਦਿੱਤਾ, ਪਰ ਕਿਸਾਨ ਕਹਿੰਦੇ ਭਾਈ ਉੱਥੇ ਤਾਂ ਮੀਟਰ ਲੱਗਿਆ ਹੀ ਨਹੀਂ, ਬਿਜਲੀ ਡਾਇਰੈਕਟ ਸੀ ਤਪਾ ਦੇ ਵਿੱਚ। ਸੋ ਪੰਜਾਬ ਦੇ ਵਿੱਚ ਵੀ ਕਿਸਾਨ ਯੂਨੀਅਨਾਂ ਦੇ ਆਗੂਆਂ ਵੱਲੋਂ ਅੱਜ ਕਾਲਾ ਦਿਨ ਮਨਾਉਂਦੇ ਆ। ਇਸ ਮਾਮਲੇ 'ਚ ਪੰਜਾਬ ਸਰਕਾਰ ਨੂੰ ਵੀ ਘੇਰਿਆ ਗਿਆ ਤੇ ਨਾਲ ਨਾਲ ਉਸ ਦੇ ਵਿੱਚ ਮੋਦੀ ਸਰਕਾਰ ਨੂੰ ਵੀ ਘੇਰਿਆ ਗਿਆ। ਆਪਣੇ ਨਾਲ ਐਡਵੋਕੇਟ ਸੁਰਿੰਦਰ ਸਿੰਘ ਜੁੜ ਚੁੱਕੇ ਨੇ। ਸੁਰਿੰਦਰ ਜੀ ਸਵਾਗਤ, ਸਤਿ ਸ਼੍ਰੀ ਅਕਾਲ। ਸਤਿ ਸ੍ਰੀ ਅਕਾਲ, ਮਿਹਰਬਾਨੀ। ਸੁਰਿੰਦਰ ਜੀ, ਜਿਸ ਤਰ੍ਹਾਂ ਗੱਲ ਹੋ ਰਹੀ ਸੀ ਆਪਣੀ ਕਿਸਾਨ ਆਗੂ ਯੂਪੀ ਤੋਂ ਟਕੈਤ ਹੋਰਾਂ ਦੇ ਨਾਲ, ਲਾਲੀ ਹੋਰਾਂ ਦੀ ਹੈਲਪ ਲਈ ਅੱਜ ਥੋੜ੍ਹੀ ਨੰਬਰ ਸਾਰੇ ਕਿਉਂਕਿ ਬੰਦ ਹੋ ਗਏ ਪਿਛਲੇ, ਤੇ ਲਾਲੀ ਜੀ ਨੇ ਨੰਬਰ ਮੁਹੱਈਆ ਕਰਾਇਆ। ਟੋੜਾ ਸਾਹਿਬ ਯੂਪੀ 'ਚ ਨੇ, ਵੱਢ ਹੀ ਜਾਂਦੇ ਨੇ ਝੋਨਾ। ਤੇ ਇਸ ਦੌਰਾਨ ਅੱਜ ਜਿਹੜਾ ਇਹਨਾਂ ਕਿਸਾਨਾਂ ਨੂੰ ਯਾਦ ਕਰਦੇ ਆ, ਪੰਜਾਬ ਦੇ ਵਿੱਚ ਕੀ ਕੀ ਵਾਪਰਿਆ ਜੀ ਸੁਰਿੰਦਰ ਜੀ? ਪਰਮਿੰਦਰ, ਦੇਖੋ ਜਿਹੜਾ ਪੰਜਾਬ 'ਚ ਵਾਪਰਿਆ ਉਹਦਾ ਯੂਪੀ ਤੇ ਇਸ ਇਨਸੀਡੈਂਟ ਨਾਲ ਤੁਹਾਨੂੰ ਕੋਈ ਅਸਰ ਪੈਂਦਾ ਦਿਖਾਈ ਨਹੀਂ ਦੇਣਾ। ਗੱਲ ਤੇ ਹੈ ਕਿ ਉੱਥੇ ਤੁਹਾਡਾ ਪ੍ਰੈਸ਼ਰ ਕਿੰਨਾ ਬਿਲਡ ਹੁੰਦਾ। ਪੰਜਾਬ 'ਚ ਤੁਸੀਂ ਧਰਨੇ ਦੇ ਲਓ, MLA ਦੇ ਘਰ ਦੇ ਬਾਹਰ ਦੇ ਲਓ, DC ਦਫ਼ਤਰ ਦੇ ਬਾਹਰ ਦੇ ਲਓ, ਮਿਨੀ ਸਕੱਤਰ ਤੇ ਦੇ ਲਓ, ਇਹਨਾਂ ਧਰਨਿਆਂ ਦਾ ਪਰਮਿੰਦਰ ਉੱਥੇ ਅਸਰ ਨਹੀਂ ਜਾਣਾ। ਹਾਂ, ਜਿਹੜੀਆਂ ਨਲਾਇਕੀਆਂ ਉੱਥੇ ਕਰ ਲਈਆਂ ਨੇ, ਦੇਖੋ ਇਨਸੀਡੈਂਟ ਵਾਪਰ ਗਿਆ ਸੀ, ਉਹਦੇ ਬਾਅਦ ਪ੍ਰੈਸ਼ਰ ਬਿਲਡ ਕਿੱਦਾਂ ਕਰਨਾ ਸੀ, ਕਿੰਨੀ ਦੇਰ ਤੱਕ ਤੁਸੀਂ ਖੜਨਾ ਸੀ। ਜਿਹੜੇ ਤੁਹਾਡੇ 4 ਕਿਸਾਨ ਤੇ 1 ਪੱਤਰਕਾਰ, 5 ਜਿਹੜੇ ਸੀ ਉਹ ਮਾਰੇ ਗਏ ਸੀ। 5 ਦਾ ਇਨਸਾਫ ਤੇ ਪਲੱਸ ਜਿਹੜੇ ਤੁਹਾਡੇ ਕਿਸਾਨ ਨਜਾਇਜ਼ ਕੇਸ 'ਚ ਫਸਾਏ ਗਏ ਆ, ਉਹਨਾਂ ਨੂੰ ਕਢਾਉਣਾ ਕਿੱਦਾਂ ਸੀ। ਸਵਾਲ ਤਾਂ ਉਹ ਸੀ ਪਰਮਿੰਦਰ, ਜਿਹਦੇ ਤੇ ਅਸੀਂ ਫੋਕਸ ਨਹੀਂ ਕਰ ਸਕਦੇ। ਇਹ ਗੱਲ ਕਿਸਾਨਾਂ ਨੂੰ ਖਾਸ ਕਰ, ਕਿਉਂਕਿ ਜਿਹੜੀ ਇੰਡੀਆ ਪੂਰੇ 'ਚ ਐਜੀਟੇਸ਼ਨ ਚੱਲੀ ਸੀ ਕਿਸਾਨਾਂ ਦੀ, ਉਹਦੇ 'ਚ ਪੰਜਾਬ ਮੋਹਰੀ ਸੀ। ਪੂਰੇ ਭਾਰਤ ਨੇ ਪੰਜਾਬੀਆਂ ਨੂੰ ਸਰਦਾਰੀ ਦਿੱਤੀ ਸੀ, ਇਹ ਗੱਲ ਮੰਨ ਲੈਣੀ ਚਾਹੀਦੀ। ਪਰ ਕੇਸ ਟਕੈਤ ਨੇ ਵੀ ਆਪਾਂ ਨੂੰ ਪਤਾ, ਸਟੇਜਾਂ ਤੋਂ ਕਿੰਨੀਆਂ ਖਰੀਆਂ ਸੁਣਾਈਆਂ ਤੇ ਉਹਨੇ ਪੰਜਾਬ ਨੂੰ ਸਰਦਾਰੀ ਉਹਨੇ ਵੀ ਦਿੱਤੀ, ਕਰਨਾਟਕ ਵਾਲਿਆਂ ਦਿੱਤੀ, ਮੱਧ ਪ੍ਰਦੇਸ਼ ਵਾਲਿਆਂ ਦਿੱਤੀ, ਸਭ ਨੇ ਜਿਹੜੀ ਸਰਦਾਰੀ ਸੀ ਉਹ ਪੰਜਾਬ ਦੇ ਕੋਟੇ 'ਚ ਪਾਈ ਸੀ। ਪਰ ਪਰਮਿੰਦਰ, ਬਦਕਿਸਮਤੀ ਜਿਹੜਾ ਕੁਛ ਤਰਕੋਨੀਆਂ 'ਚ ਵਾਪਰਿਆ ਲਖੀਮਪੁਰ ਖੀਰੀ, ਉਹਦੇ 'ਚ ਜਿਹੜੀ ਸੰਯੁਕਤ ਕਿਸਾਨ ਮੋਰਚੇ ਵੱਲੋਂ ਹਮਾਇਤ ਚਾਹੀਦੀ ਸੀ, ਜਿਸ ਤਰ੍ਹਾਂ ਖੜਨਾ ਚਾਹੀਦਾ ਸੀ, ਉਸ ਤਰੀਕੇ ਨਾਲ ਨਹੀਂ ਖੜੇ। ਇਹੀ ਸਭ ਤੋਂ ਵੱਡੀ ਘਾਟ ਆ ਪਰਮਿੰਦਰ। ਦੇਖੋ, ਜਿੱਥੋਂ ਤੱਕ ਮਿਸ਼ਰੇ ਪਰਿਵਾਰ ਦਾ ਸਵਾਲ ਆ,
ਉਹਨਾਂ ਨੂੰ ਸਜ਼ਾ ਸਾਲ ਨੂੰ ਮਿਲੇ, 2 ਨੂੰ ਮਿਲੇ, 5 ਨੂੰ ਮਿਲੇ, 7 ਨੂੰ ਮਿਲੇ, ਉਹ ਅਲੱਗ ਆ। ਉਸ ਤੋਂ ਜ਼ਿਆਦਾ ਚਿੰਤਾ ਇਹ ਆ ਕਿ ਜਿਹੜੇ ਕਿਸਾਨ ਵਿਚਾਰੇ ਉਸ ਕੇਸ 'ਚ ਟੰਗ ਦਿੱਤੇ ਗਏ ਨਜਾਇਜ਼, ਉਹਨਾਂ ਨਾਲ ਛੁਟਕਾਰਾ ਕਿੱਦਾਂ ਕਰਾਉਣਾ ਸੀ। ਉਹਨਾਂ ਦਾ ਛੁਟਕਾਰਾ ਕਰਾ ਲੈਂਦੇ ਤੇ ਬਾਕੀ ਇਨਸਾਫ ਦੀ ਬਾਅਦ ਦੀ ਗੱਲ ਸੀ। ਹੁਣ ਜਿਹੜੇ ਤੁਹਾਡੇ ਨਜਾਇਜ਼ ਫਸੇ ਉਹ ਤੇ ਛੁੱਟਣੇ ਚਾਹੀਦੇ ਸੀ ਨਾ, ਉਹਨਾਂ ਦਾ ਕੀ ਕਸੂਰ ਸੀ? ਉਹ ਤਾਂ ਆਮ ਰਾਹਗੀਰ ਸੀ ਜਿਹੜੇ ਤੁਰੇ ਜਾਂਦੇ ਸੀ। ਸੋ ਪਰਮਿੰਦਰ, ਪ੍ਰੈਸ਼ਰ ਬਿਲਡ ਹੁੰਦਾ ਜਿਹੜਾ ਉੱਥੇ ਐਜੀਟੇਸ਼ਨ ਹੁੰਦੀ ਉਹਦੇ ਤੋਂ, ਨਾ ਕਿ ਜਿਹੜਾ ਪੰਜਾਬ ਦੇ ਵਿੱਚ ਧਰਨੇ ਲਾਏ ਗਏ ਉਹਦੇ ਤੋਂ। ਪਰਮਿੰਦਰ, ਦੂਜੀ ਗੱਲ, ਪੰਜਾਬ 'ਚ ਹੁਣ ਗਰੁੱਪ ਹੀ ਇੰਨੇ ਕੋ ਬਣ ਗਏ, ਇੱਕ ਜਗ੍ਹਾ ਤੇ ਇਕੱਠੇ ਨਹੀਂ ਹੁੰਦੇ ਤੇ ਨਾ ਇਕੱਠੇ ਹੋ ਕੇ ਉਦੋਂ ਦਾ ਅੰਦੋਲਨ ਖੜਾ ਹੋਣਾ। 1984 ਤੋਂ ਬਾਅਦ ਜਿਸ ਵੇਲੇ ਪੰਜਾਬ ਦਾ ਗਵਰਨਰ ਘੇਰਿਆ ਸੀ, 2020 'ਚ ਪਰਮਿੰਦਰ ਐਜੀਟੇਸ਼ਨ ਬਣੀ। 1984 ਤੋਂ ਬਾਅਦ 36 ਸਾਲ ਲੰਘ ਗਏ। ਇਹਨਾਂ ਨੇ ਉੱਥੇ ਜਿਹੜੀ ਕੜੀ ਦਿੱਲੀੋਂ ਘੋਲ ਕੇ ਭੱਜੇ ਸਰਕਾਰਾਂ ਦੀ, ਜੇ ਪਰਮਿੰਦਰ ਬੈਠੇ ਰਹਿੰਦੇ ਉੱਤਰ ਪ੍ਰਦੇਸ਼ 'ਚ ਸਮਾਜਵਾਦੀ ਪਾਰਟੀ ਦੀ ਸਰਕਾਰ ਆਉਂਦੀ ਤੇ ਉਹ ਟੰਗ ਦਿੰਦੀ ਇਹਨਾਂ ਨੂੰ, ਇਹੀ ਮਿਸ਼ਰੇ ਪਰਿਵਾਰ ਨੂੰ। ਪਰ ਬਦਕਿਸਮਤੀ ਉੱਥੇ ਦੁਬਾਰਾ ਜੋਗੀ ਦੀ ਸਰਕਾਰ ਬਣ ਗਈ। ਇਨਸਾਫ ਦੀ ਬਹੁਤ ਘੱਟ ਉਮੀਦ ਆ ਕਿ ਕੀ ਮਿਸ਼ਰੇ ਹੋਣੀ ਟੰਗੇ ਜਾਣਗੇ, ਕੀ ਜਿਹੜੇ ਨਜਾਇਜ਼ ਕਿਸਾਨ ਫਸੇ ਨੇ ਉਹ ਛੁੱਟ ਜਾਣਗੇ। ਇਹ ਦੋ ਸਵਾਲ ਨੇ ਪਰਮਿੰਦਰ ਜੀ ਦੇ ਇਰਦ ਗਿਰਦ ਉੱਥੋਂ ਦੀ ਸਾਰੀ ਜਿਹੜੀ ਆ ਸਿਆਸਤ ਉੱਤਰ ਪ੍ਰਦੇਸ਼ ਦੀ ਘੁੰਮ ਰਹੀ ਆ। ਸੁਰਿੰਦਰ ਜੀ, ਕੀ ਲੱਗਦਾ ਹੈ ਕਿ ਜਿਸ ਤਰ੍ਹਾਂ ਦੀ ਸਥਿਤੀ ਹੈ, ਕਿਉਂਕਿ ਇਲੈਕਸ਼ਨ ਈਅਰ ਹੈ, ਇਲੈਕਸ਼ਨ ਈਅਰ ਦੇ ਦੌਰਾਨ ਜਦੋਂ ਚੋਣਾਂ ਹੁੰਦੀਆਂ ਨੇ ਤਾਂ ਤਕਰੀਬਨ ਜਿਹੜਾ ਮੁੱਦਾ ਨਹੀਂ ਹੈ ਉਹ ਵੀ ਮੁੱਦਾ ਬਣ ਜਾਂਦਾ ਹੈ। ਕੀ ਇਸ ਦੌਰਾਨ ਉਹ ਚੀਜ਼ਾਂ ਮੁੜ ਉਭਰਨ ਦੀ ਉਮੀਦ ਹੈ? ਕਿਉਂਕਿ ਇਸ ਕੇਸ ਦੇ ਐਡਵੋਕੇਟ ਮੁਹੰਮਦ ਅਮਾਨ ਸਾਹਿਬ ਲਖੀਮਪੁਰ ਤੋਂ ਮੇਰੇ ਨਾਲ ਜੁੜੇ ਨੇ, ਤੇ ਤੁਸੀਂ ਥੋੜਾ ਜਿਹਾ ਦਿਓ ਅਪਡੇਟ ਕਿ ਕਿਸਾਨਾਂ ਤੇ ਇਸ ਦਾ ਕੀ ਅਸਰ ਪੈ ਸਕਦਾ ਜਾਂ ਕੋਈ ਸਿਆਸੀ ਪਾਰਟੀ ਦੀ ਵੀ ਸਮੇਂ ਦੀ ਜ਼ਰੂਰਤ ਹੁੰਦੀ ਹੈ। ਕੀ ਸਰਕਮਸਟੈਂਸ, ਕਿਉਂਕਿ ਲਾਭ ਸਿੰਘ ਉਗੋਕੇ ਜੋ MLA ਨੇ ਉਹਨਾਂ ਦੇ ਘਰ ਦੇ ਬਾਹਰ ਵੀ ਪ੍ਰਦਰਸ਼ਨ ਹੋਇਆ ਤੇ ਚਰਚਾ ਇਹ ਨੇ ਕਿ ਉੱਥੇ ਮੀਟਰ ਨੂੰ ਅੱਗ ਲੱਗੀ ਜਾਂ ਕੁਛ ਉਹ ਕਹੀ ਜਾਂਦੇ ਜੀ ਕਿਸਾਨਾਂ ਨੇ ਇਦਾਂ ਕਰਤਾ। ਕਿਉਂਕਿ ਇਸ ਅੰਦੋਲਨ ਨੂੰ ਖਿਲਾਰਨ ਦੇ ਵਿੱਚ ਆਮ ਆਦਮੀ ਪਾਰਟੀ ਦੇ ਰੋਲ ਨੂੰ ਸੁਰਿੰਦਰ ਜੀ ਮਨਫੀ ਨਹੀਂ ਕੀਤਾ ਜਾ ਸਕਦਾ, ਆਪਾਂ ਨੇੜਿਓਂ ਜਾਣਦੇ ਹਾਂ। ਹੁਣ ਪੰਜਾਬ 'ਚ ਵੀ ਇਹਨਾਂ ਦੀ ਸਰਕਾਰ ਹੈ, B ਟੀਮ ਹੈ। ਇਸ ਦੌਰਾਨ ਕੀ ਇਹ ਜੋ ਸਿਲਸਿਲਾ ਚੱਲਦਾ ਹੈ ਕਿ ਇਸ ਅੰਦੋਲਨ ਦੇ ਦੌਰਾਨ ਜੋ ਅੱਜ ਸ਼ੁਰੂਆਤ ਹੋਈ ਹੈ, ਕੀ ਇਸ ਸਿਲਸਿਲੇ ਦੇ ਵਿੱਚ ਅੰਦੋਲਨ ਦਾ ਅਗਲੀ ਕੋਈ ਰੂਪ ਰੇਖਾ ਇਸ ਮਾਮਲੇ 'ਚ ਨਿਕਲਦੀ ਹੈ? ਜੀ ਪਰਮਿੰਦਰ, ਹਾਲ ਦੀ ਘੜੀ ਨਹੀਂ ਨਿਕਲਦੀ। ਪਹਿਲੀ ਗੱਲ ਜਿਹੜੀ ਲਾਭ ਸਿੰਘ ਉਗੋਕੇ ਵਾਲੀ ਆ ਪਰਮਿੰਦਰ, ਉਹ ਮੀਟਰ ਨੂੰ ਅੱਗ ਲੱਗਣ ਦਾ ਜੋ ਮਰਜ਼ੀ ਰੌਲਾ ਪਾਈ ਜਾਣ, ਉਹ ਤੇ ਪਿਛਲੇ 5-7 ਦਿਨਾਂ ਤੋਂ ਕੰਮ ਚੱਲਿਆ ਕਿ ਉਹਨੇ ਸਿੱਧੀਆਂ ਕੁੰਡੀਆਂ ਪਾ ਕੇ ਕੰਮ ਚਲਾ ਰਿਹਾ। 5-7 ਦਿਨ ਤੋਂ ਲਾਲਾ ਹੋਈ ਆ ਕਿ ਮੀਟਰ ਨਹੀਂ ਚੱਲ ਰਿਹਾ, ਸਿੱਧੀਆਂ ਕੁੰਡੀਆਂ ਪਾਈਆਂ ਹੋਈਆਂ ਨੇ। ਕਹਿੰਦੇ ਲੋਕਾਂ ਦੇ ਮੀਟਰਾਂ ਲਈ ਕੜਾਕੇ ਕੱਢਦੇ ਆ ਤੇ MLA ਸਿੱਧੀਆਂ ਕੁੰਡੀਆਂ ਪਾਉਂਦੇ ਨੇ। ਪਰਮਿੰਦਰ, ਸ਼ਰੇਆਮ ਲੋਕ ਪੋਸਟਾਂ ਪਾ ਕੇ ਭੰਡੀ ਜਾਣ ਡੇ ਹੋਏ ਆ। ਰਹਿ ਗਈ ਗੱਲ ਪਰਮਿੰਦਰ ਇਸ ਤੋਂ ਅੱਗੇ, ਮੈਂ ਪਹਿਲਾਂ ਕਿਹਾ ਪੰਜਾਬ ਵਾਲੇ ਧਰਨਿਆਂ ਦਾ ਅਸਰ ਤੁਹਾਨੂੰ ਉੱਤਰ ਪ੍ਰਦੇਸ਼ 'ਚ ਨਹੀਂ ਦਿਖਣਾ। ਉੱਤਰ ਪ੍ਰਦੇਸ਼ 'ਚ ਜਦੋਂ ਉਹਨਾਂ ਵਿਚਾਰਿਆਂ ਨੂੰ ਬਚਾਉਣਾ ਸੀ ਤਾਂ ਪਰਮਿੰਦਰ ਫਿਰ ਉੱਥੇ ਪ੍ਰੈਸ਼ਰ ਬਿਲਡ ਕਰਨਾ ਬਣਦਾ ਸੀ, ਜਿਹੜਾ ਉਸ ਵਕਤ ਨਹੀਂ ਕੀਤਾ ਗਿਆ। ਚਲੋ ਜੇ ਉਸ ਵਕਤ ਨਹੀਂ ਕੀਤਾ ਗਿਆ ਤੇ ਫਿਰ ਜਿਹੜੀ 2022 ਦੀ ਚੋਣ ਆਈ ਸੀ, ਪੰਜਾਬ ਵੱਲ ਨੂੰ ਨਾ ਭੱਜਦੇ, ਘੱਟੋ ਘੱਟ ਉੱਥੇ ਬਹਿੰਦੇ, ਜਿਹੜੇ ਮਸਲੇ ਰਹਿ ਗਏ ਸੀ ਹੱਲ ਕਰਾ ਕੇ ਉੱਠਦੇ, ਤਾਂ ਘੱਟੋ ਘੱਟ ਇਹ ਸੀ ਕਿ ਉੱਤਰ ਪ੍ਰਦੇਸ਼ ਦੀ ਸਿਆਸਤ ਜਿਹੜੀ ਸੀ ਹੋਰ ਪਾਸੇ ਨੂੰ ਮੁੜੀ ਹੁੰਦੀ, ਜਿਹਦਾ ਇਸ ਕੇਸ ਤੇ ਬੜਾ ਵੱਡਾ ਅਸਰ ਦਿਖਾਈ ਦੇਣਾ ਸੀ ਤੇ ਇਨਸਾਫ ਮਿਲਣਾ ਸੀ। ਪਰ ਬਦਕਿਸਮਤੀ ਉਹ ਕੁਝ ਪਰਮਿੰਦਰ ਨਹੀਂ ਹੋ ਸਕਿਆ ਜਿਹੜਾ ਹੋਣਾ ਚਾਹੀਦਾ ਸੀ। ਉਹਦੇ ਲਈ ਜੋ ਮਰਜ਼ੀ ਜੇ ਸਰਦਾਰੀ ਪੰਜਾਬ ਦੇ ਕਿਸਾਨਾਂ ਨੂੰ ਪੂਰੇ ਭਾਰਤ ਦੀ ਦਿੱਤੀ ਸੀ ਤੇ ਗਦਾਰੀ ਵੀ ਪੰਜਾਬ ਦੇ ਕਿਸਾਨਾਂ ਆਗੂਆਂ ਦੇ ਸਿਰ ਮੜੀ ਗਈ ਆ। ਮੜੀ ਨਹੀਂ ਗਈ, ਪੈ ਗਈ ਆ। ਉਹ ਤੋਂ ਮੁਨਕਰ ਨਹੀਂ ਹੋਇਆ ਜਾ ਸਕਦਾ। ਜੇ ਉਹ ਕਿਸਾਨ ਜਿਹੜੇ ਉਸ ਕੇਸ 'ਚ ਫਸੇ ਆ ਪਰਮਿੰਦਰ, ਕੱਲ ਨੂੰ ਖੁਦਾ ਨਾ ਖਾਸਤਾ ਉਹਨਾਂ ਨੂੰ ਸਜ਼ਾ ਹੋ ਜਾਂਦੀ ਆ ਤੇ ਫਿਰ ਦੋਸ਼ੀ ਕੌਣ ਆ? ਫਿਰ ਦੋਸ਼ੀ ਤਾਂ ਪੰਜਾਬ ਵਾਲੇ ਆ ਨਾ, ਜਿਹੜੇ ਵਿੱਚ ਵਿਚਾਲੇ ਲੜਾਈ ਛੱਡ ਕੇ ਭੱਜ ਆਏ। ਕਹਿੰਦੇ ਜੀ ਉਹ ਕਾਨੂੰਨੀ ਲੜਾਈ ਲੜਾਂਗੇ। ਕਾਨੂੰਨੀ ਲੜਾਈ 'ਚ ਇਨਸਾਫ ਮਿਲਦਾ ਹੁੰਦਾ। ਜੱਜ ਨੇ ਫੈਸਲਾ ਕਰਨਾ, ਜਿਹੜੇ ਉੱਥੇ ਡਾਕੂਮੈਂਟ ਸਾਹਮਣੇ ਪਏ ਨੇ, ਜਿਹੜੇ ਪੁਲਿਸ ਨੇ ਬਣਾ ਕੇ ਰੱਖ ਦਿੱਤੇ। ਜੱਜ ਨੇ ਗਰਾਊਂਡ ਲੈਵਲ ਦੀ ਰਿਐਲਿਟੀ ਨਹੀਂ ਦੇਖਣੀ ਹੈ। ਬਹੁਤ ਘੱਟ ਆ ਜਿੱਥੇ ਗਰਾਊਂਡ ਲੈਵਲ ਦੀ ਰਿਐਲਿਟੀ ਦੇਖੀ ਜਾਂਦੀ ਆ। ਜ਼ਿਆਦਾਤਰ ਜੋ ਮੋਹਰੇ ਕਾਗਜ਼ ਤਿਆਰ ਹੋ ਗਏ, ਮਨਜੀਤ ਸਿੰਘ ਧਨੇਰ ਨੂੰ ਸਜ਼ਾ ਕਿੱਦਾਂ ਹੋਈ ਸੀ? ਅਗਲਿਆਂ ਨੇ ਕੇਸ ਏਦਾਂ ਦਾ ਬੰਨ ਦਿੱਤਾ, ਸੁਪਰੀਮ ਕੋਰਟ ਤੱਕ ਸਜ਼ਾ ਹੋਈ ਸੀ।
ਉਹ ਤਾਂ ਠੀਕ ਆ, 2 ਵਾਰੀ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਆ ਗਈ, ਅਗਲਿਆਂ ਨੇ ਦੋਨੋਂ ਵਾਰੀ ਉਹਦੀ ਸਜ਼ਾ ਮਾਫ ਕਰ ਦਿੱਤੀ। ਬਿਲਕੁਲ ਸੁਰਿੰਦਰ ਜੀ, ਗੱਲ ਤੁਹਾਡੀ ਠੀਕ ਹੈ, ਕਿਉਂਕਿ ਵਕੀਲ ਨੇ ਤਾਂ ਐਵੀਡੈਂਸ ਦੀ ਬਣਾ ਤੇ ਲੜਨਾ, ਉੱਥੇ ਜਜ਼ਬਾਤ ਸੈਂਟੀਮੈਂਟ ਨਹੀਂ ਵੇਖੇ ਜਾਂਦੇ, ਕੋਰਟ ਸਬੂਤ ਵੇਖਦੀ ਹੈ। ਇਸ ਵਕਤ ਲਖੀਮਪੁਰ ਖੀਰੀ ਤੋਂ ਆਪਣੇ ਨਾਲ ਐਡਵੋਕੇਟ ਮੁਹੰਮਦ ਜ਼ੁਬੈਰ ਅਮਾਨ ਸਾਹਿਬ ਜੁੜੇ ਨੇ, ਤੇ ਮੁਹੰਮਦ ਅਮਾਨ ਸਾਹਿਬ ਇਸ ਕੇਸ ਦੇ ਵਕੀਲਾਂ ਦੇ ਪੈਨਲ ਦੇ ਵਿੱਚ ਸ਼ੁਮਾਰ ਹੈ ਉਹਨਾਂ ਦਾ ਨਾਂ। ਤੇ ਅਮਾਨ ਸਾਹਿਬ, ਸਵਾਗਤ है आप जी का, वेलकम। अमान साहब, मेरी आवाज आ रही है? स्वागत आप जी का। हेलो, शायद ਉਹਨਾਂ ਦੀ ਦਿੱਕਤ ਆ ਰਹੀ ਹੈ ਆਵਾਜ਼ ਦੇ ਵਿੱਚ। ਦੋਸਤੋ, ਸਾਨੂੰ ਸਪੋਰਟ ਕੀਤਾ ਹੈ ਸੁਖੀ को। अमान साहब, स्वागत है आप जी का। थैंक यू सर। आओ, ये जो केस है इसमें क्या क्या एविडेंस हैं? कुछ मैं आपके जो दूसरे काउंसिल है सुरेश जी, उसका स्टेटमेंट पढ़ रहा था, उन्होंने भी लिखा है कि जिस तरह जो इसके जो एविडेंस के गवाह हैं, 200 के आसपास गवाह हैं, केस की स्पीड कैसे चल रही है? क्या मतलब कितने साल लग सकते हैं इस केस को जो लखीमपुर खीरी में हुआ था? देखिए, लीगल की परिभाषा में तो इस बात को कहना मुश्किल है कि समय कितना लगेगा, लेकिन सुप्रीम कोर्ट ने एक सवाल मतलब एक रिपोर्ट मांगी थी डिस्ट्रिक्ट कोर्ट लखीमपुर खीरी से कि आपको इस केस के ट्रायल के लिए कितना समय लगेगा। तो यहाँ पर डिस्ट्रिक्ट कोर्ट ने उसमें जवाब दिया था कि लगभग 5 साल का समय लग सकता है जी। लेकिन जिस तरह से कोर्ट में जो प्रोसीडिंग केस की चल रही है, उस हिसाब से तो ये समय बहुत ज्यादा लग सकता है, क्योंकि जो अभी तक गवाही हुई है इस केस में, वो 208 गवाहों में से सिर्फ 4 गवाह हैं जिनकी गवाही पूरी हो पाई है, और 5वें गवाह की अभी गवाही जो है वो अभी चल रही है। कि इसमें इसकी जो हियरिंग है कि डेट डेली चलती है, वीकली चलती है या मंथली, कैसे चलता है? फास्ट ट्रैक पे या नहीं? ये नहीं, फास्ट ट्रैक लेवल पे नहीं है ये। 15 डेज 20 डेज की जो है डेट रह रही है इस केस में। इसमें इतने गवाहों की जरूरत थी? अगर गवाह कम होते तो बेहतर रहता है। एक्चुअली जो इसमें 208 गवाह टोटल हैं, उसमें जो गवाह वादी पक्ष हैं वो 15 हैं जो कि चश्मदीद हैं या घायल हैं, और लगभग 90 गवाह हैं जो चश्मदीद हैं लेकिन वो घायल नहीं हुए थे। इसके अलावा जो 9 इसमें गवाह थे वो एक्स्ट्रा जुडिशियल सेक्शंस की वजह से आ गए थे, और 29 गवाह जो थे वो परिस्थिति के तौर पे थे कि वो उस मौके पे वहां आसपास रहे थे या उन्होंने कुछ इस घटना से वो किसी न किसी तरह से जुड़े हुए थे, और 65 जो इसमें गवाह हैं इसके अलावा वो औपचारिक गवाह हैं जो कि ज्यादातर सरकारी कर्मचारी हैं। जी। अच्छा, एडवोकेट साहब, ये बताइए प्लीज कि इस केस में जो लोग पीड़ित थे उनको किसी किस्म का कोई खतरा है? जैसे सिक्योरिटी वगैरह तो मिल रही है, क्योंकि दूसरी तरफ जो पार्टी है वो सियासी लोग हैं, दूसरा कम्युनिटी का भी इशू है, वो सिख हैं, पहले भी इशू हुआ था कि वो महाराज हैं, पंडित हैं, आजकल जैसे खालिस्तान या ये चीज़ें चल रही हैं। इस मुताबिक क्या लगता है कि गवाहों में के मन में कोई डर महसूस हो रहा है? आपको प्रोटेक्शन की जरूरत हो रहा है? देखिए, गवाहों को प्रोटेक्शन तो मिला हुआ है, लेकिन ये बात सच है कि गवाहों के अंदर कहीं ना कहीं डर तो है, डर है। और क्योंकि सुरक्षा जो है, जो सुरक्षित जो अमला है वो भी सरकारी अमला ही, सरकारी तंत्र है। तो ये कहना कि सब लोग इस चीज से सेटिस्फाई हैं, तो नहीं, सारे गवाह इस चीज से सेटिस्फाई नहीं हो सकते हैं कि सुरक्षित हैं वो। ओके, जैसे मैं कुछ लोगों से बात हुई है जो पीड़ित हैं इस लोक में, उन्होंने कहा कि हमको अपना आर्म लाइसेंस मिलना चाहिए। हालांकि आर्म का लाइसेंस कोई बहुत ही बड़ी चीज़ नहीं है, हर कोई ले सकता है, जंगल एरिया है वैसे भी ले सकता है। अभी कई लोग जो पीड़ित हैं उनके परिवारक मेंबरों के ये स्टेटमेंट है कि हमको लाइसेंस तक नहीं मिला अभी वेपन का, ऐसा भी है क्या? हाँ जी, ये बात सच है, क्योंकि लाइसेंस जो है वो सिर्फ इसमें एक मृतक थे रमन कश्यप जो कि जर्नलिस्ट थे, शहीद हुए थे, उनके भाई पवन को लाइसेंस मिल गया था, लेकिन बाकी परिवार के सभी लोगों को भी लाइसेंस नहीं मिला है। ओके। जैसे पवन के पिताजी राम दुलारे कश्यप का भी बयान है कि जो इंसाफ देने वाले लोग हैं वो भी सरकारी हैं, सरकार उन लोगों की है, सब कुछ राम भरोसे है। ये उसके पिता राम दुलारे जी का भी स्टेटमेंट है कश्यप साहब के। सेटिस्फेक्शन तो नहीं जाता है पीड़ित धीरों को, जो लोग हैं उनको। जी, तो मैं आपको बता दूं, इस चीज से तो पीड़ित परिवार जो भी हैं जिनके लोग घर में शहीद हुए हैं वो लोग सेटिस्फाई आज भी नहीं। उनका कहना है, मुझसे बात होती है तो कि वो इस चीज से सेटिस्फाई नहीं हो पा रहे हैं कि आशीष मिश्रा को पहले बेल मिल जाती है
और आशीष मिश्रा को बेल मिलने के बाद धीरे धीरे उसको रिलीफ मिल गई। अभी 25 सितंबर को सुप्रीम कोर्ट ने उसको दिल्ली जाने की परमिशन भी दे दी है। तो वो इस चीज से थोड़ा सा आहत हुए हैं परिवार जो भी है कि आशीष मिश्रा तो फ्रीली घूम रहा है और वो कहीं भी आ जा सकता है, तो उनको तकलीफ है इस बात की और उनको इस बात का डर है कहीं ना कहीं कि हाँ उनको शायद न्याय ना मिल पाए। जैसे सिट की जांच आई है, आपके हिसाब से उस जांच से आप सेटिस्फाई हैं जो सिट ने जांच की है यूपी पुलिस ने? एसआईटी ने जो जांच की थी मैं उससे सेटिस्फाई हूँ, लेकिन एक जगह है जहां पे हम सेटिस्फाई नहीं हुए थे। उसमें वो जगह ये थी कि जब एफआईआर थी, इसमें जो एफआईआर हमने कराई थी वो अपराध संख्या 219/2021 थी और इसमें वादी थे जगजीत सिंह बंजारण टांडे से। एफआईआर की तहरीर में केंद्रीय गृह राज्य मंत्री अजय मिश्रा टैनी का नाम था और उनको नामजद आरोपी नहीं बनाया गया। एसआईटी की टीम जब बनाई गई थी वो उसमें उत्तर प्रदेश सरकार का रोल था। सुप्रीम कोर्ट ने बाद में उस टीम को थोड़ा सा चेंज किया था, तो तब उस समय पर जो एडीजीपी थे जो एसआईटी को जो है लीड कर रहे थे उनको हमने एक प्रार्थना पत्र दिया था उसके बाद दौरान विवेचना जी। इस मामले में केंद्रीय गृह राज्य मंत्री अजय मिश्रा टैनी को भी पार्टी बनाया जाए, उनको भी आरोपी बनाया जाए, क्योंकि उनके बयान के बाद ही ये सारी घटना हुई थी। उन्होंने जो बयान दिया था किसानों के विरोध में पलिया में कि इन किसानों को यहाँ से भगा देंगे, यहाँ थ्रेट किया था पहले, वो तो बनता है, पर वो तो उनको तो क्लीन चिट दे दिया गया ना, ये तो उनको हाँ जी हाँ, तो उनको क्लीन चिट नहीं दिया गया। तो इस चीज से सेटिस्फाई ना बतौर वकील मैं था ना बतौर वकील पीड़ित परिवार थे। उसका अभी कुछ हो नहीं सकता क्योंकि वो मिनिस्टर है, वो लोग पार्टी है। जी, और इस केस के बारे में और क्या कहना चाहते हैं जाते जाते एडवोकेट साहब जी? ऐसा कुछ तो मुझे कहना नहीं चाहता हूँ, हाँ, लेकिन मैं ये जरूर चाहता हूँ कि हाँ अगर न्याय चाहते हैं हम लोग तो हमें करना ये होगा जो मेरा कहना रहा है हमेशा किसान संगठन से भी एसकेएम से भी कि हमें कोशिश करनी चाहिए कि हमारा ट्रायल स्पीडी हो जाए। इसके लिए हमें हाई कोर्ट मूव करना चाहिए और इसके अलावा हो सके तो ट्रायल को आप ट्रांसफर भी कराने की कोशिश करें और स्पीड ट्रायल हो जाए। हाँ, ये मेरा दो मेरा सजेशन हमेशा से रहा है। इजी भी है क्योंकि अभी लोकल कोर्ट डिस्ट्रिक्ट कोर्ट में लखीमपुर खीरी में अगर वो मूव हो, अगर इसमें जो टेक्निकल चीज़ है को हो सकता है, तब्दील हो सकता है अगर एसकेएम डिमांड करता है। आज इन्होंने कुछ डिमांड्स की हैं मगर उसमें ये है ट्रांसफर का कि दूसरी किसी स्टेट में। हाँ पॉसिबिलिटी बिल्कुल है, लीगल प्रोविजंस है, बट ये कोर्ट डिसाइड करेगा कि वो किस हद तक हमारी बात को मानता है। वैसे किस हद तक अपनी बात को सही तरीके से कोर्ट तक को कंसीडर करा सकते, क्योंकि ये लोगों का अपना एरिया है। ऐसे बहुत सारे केस है जैसे पंजाब में भी थे, जब दूसरी स्टेट में भी ट्रांसफर हो जाता है। जम्मू कश्मीर का वासपा का केस था, वो पठानकोट में चला पंजाब में। सो जब पॉलिटिकल प्रेशर हो तो केस ट्रांसफर होते हैं, पर इस केस में नहीं हो रहा ना जो होना चाहिए, शायद इजी हो सकता है। जी। एसके हमने आज मांग की है, इस केस की मेरी बात नहीं हुई इसके बारे में, ट्रांसफर के बारे में इस बारे में कोई बात नहीं हुई है, मुझे इस बारे में जानकारी भी नहीं है अभी तक। हाँ, नहीं हुई शायद। अच्छा पॉइंट है वैसे एडवोकेट साहब आपका, थैंक यू सो मच, मेहरबानी। सो दोस्तों ये सन लखीमपुर खीरी केस ਦੇ ਐਡਵੋਕੇਟ ਮੁਹੰਮਦ ਅਮਾਨ ਸਾਹਿਬ ਆਪਣੇ ਨਾਲ ਜੁੜੇ ਸਨ। ਜੀ ਸੁਰਿੰਦਰ ਜੀ, ਜਿਸ ਤਰ੍ਹਾਂ ਇਹਨਾਂ ਨੇ ਗੱਲ ਆਖੀ ਬਹੁਤ ਕਮਾਲ ਦੀ ਗੱਲ ਹੈ ਕਿਉਂਕਿ ਕਸ਼ਮੀਰ ਦੇ ਵਿੱਚ ਉਸ ਬੱਚੀ ਦਾ ਕੇਸ ਸੀ ਜਾਂ ਹੋਰ ਇਸ ਤਰ੍ਹਾਂ ਦੇ ਡੇਰਾ ਮੁਖੀ ਦਾ ਵੀ ਕੇਸ ਸੀ। ਜਦੋਂ ਸਟੇਟ ਤੁਹਾਡੇ ਖਿਲਾਫ ਚੱਲ ਰਹੀ ਹੋਵੇ ਪ੍ਰਸ਼ਾਸਨ ਵੀ ਤੇ ਕੇਸ ਦੂਸਰੇ ਸੂਬਿਆਂ ਨੂੰ ਟ੍ਰਾਂਸਫਰ ਹੁੰਦੇ ਨੇ, ਪੰਜਾਬ ਦੇ ਵਿੱਚੋਂ ਬਹੁਤ ਸਾਰੇ ਕੇਸ ਟ੍ਰਾਂਸਫਰ ਹੋਏ ਨੇ, ਤੇ ਫਿਰ ਇਸ ਕੇਸ ਨੂੰ ਲਖੀਮਪੁਰ ਦੇ ਵਿੱਚ ਰੱਖਣਾ ਕੀ ਸੁਰਿੰਦਰ ਜੀ ਇਹ ਪੀੜਤ ਧਿਰ ਲਈ ਕਿਸਾਨਾਂ ਲਈ ਨੁਕਸਾਨਦਾਇਕ ਨਹੀਂ ਹੈ? ਜਾਂ ਇਸ ਦੇ ਬਾਰੇ ਕਿਸਾਨ ਜਾਂ ਐਸਕੇਐਮ क्यों नहीं मांग उठाता, जिस तरह वकील साहब ने भी ये नुकता सामने लिया जी? सुरेंद्र जी। परमिंदर देखो, जे दोषी नूं पहला इलाहाबाद हाई कोर्ट ने जमानत दी, सुप्रीम कोर्ट ने ओदे ते रोटियां सेकियां, ओनू दोबारा जेल भेजिया, फिर सुप्रीम कोर्ट ने जमानत दी, फिर सुप्रीम कोर्ट ने हुण उन्होंने दिल्ली आउण दी इजाजत देती, अगली बार उन्होंने उत्तर प्रदेश जाण दी इजाजत दे दो। ये की है ड्रामा? परमिंदर की कतल दे केस च कदी होर किसी दोषी नूं इस तरह जमानत मिली है जिथे डिस्ट्रिक्ट कोर्ट नूं पुछया गया होवे कि तुसीं दसो जी किन्ना लंबा केस चलूगा? वो भी व्यक्ति ने जिन्हां दा 10-10 साल केस चलिया ते 10 सालां बाद बरी होए ने। परमिंदर वो केस भी है। जां तां सारियां दा पवाना 302 दे विच इक होवे कि देखो जी ये बंदा दा कतल होया, इस करके जिहड़ा दोषी इहनूं जमानत ते छड्डो, जे इहनूं सजा हो जूगी ते ये जेल जाएगा, नहीं होएगी ते बाहर रहूगा। करो जां तां सारे इंडिया च इक्को ही कानून।
ਪਰਮਿੰਦਰ ਇੱਥੇ ਤੇ ਸਲਮਾਨ ਖਾਨ ਲਈ ਕੋਰਟ ਵੱਲੋਂ ਸਜ਼ਾ ਸੁਣਾਈ ਜਾਂਦੀ ਆ ਤੇ ਰਾਤ ਨੂੰ ਉਹਨੂੰ ਜ਼ਮਾਨਤ ਦੇ ਦਿੱਤੀ ਜਾਂਦੀ ਹੈ, ਉਹਨੂੰ ਜੇਲ੍ਹ ਤੱਕ ਪਹੁੰਚਣ ਹੀ ਨਹੀਂ ਦਿੱਤਾ ਜਾਂਦਾ। ਉਦੋਂ ਰਾਤ ਨੂੰ ਕੋਰਟਾਂ ਖੁੱਲ ਜਾਂਦੀਆਂ, 2:30-3 ਵਜੇ ਵੀ ਖੁੱਲ ਜਾਂਦੀ, ਰਾਤ ਨੂੰ 12 ਵਜੇ ਵੀ ਕੋਰਟ ਖੁੱਲਦੀ ਆ। ਇਸ ਕਰਕੇ ਪਰਮਿੰਦਰ ਗੱਲ ਸਭ ਤੋਂ ਵੱਡੀ ਇਹ ਆ ਕਿ ਇਹ ਬੜਾ ਸਪਸ਼ਟ ਆ। ਪਹਿਲੀ ਗੱਲ ਤੇ ਇਹ ਕੇਸ ਲਖੀਮਪੁਰ ਖੀਰੀ ਤੋਂ ਬਾਹਰ ਨਹੀਂ ਜਾਣਾ, ਉੱਤਰ ਪ੍ਰਦੇਸ਼ 'ਚ ਹੀ ਨਹੀਂ ਹੋਰ ਕਿਸੇ ਜਾਣਾ, ਬਾਹਰਲੀ ਸਟੇਟ ਤੋਂ ਬੜੀ ਦੂਰ ਦੀ ਗੱਲ ਆ। ਅਗਲਿਆਂ ਨੇ ਮਿਸ਼ਰੇ ਨੂੰ ਬਚਾਉਣਾ, ਜਿੱਦਾਂ ਮਰਜ਼ੀ ਬਚਾਉਣ। ਮੈਂ ਸ਼ੁਰੂ 'ਚ ਗੱਲ ਕਹੀ ਕਿ ਕਿਸਾਨ ਆਗੂ, ਸੰਯੁਕਤ ਕਿਸਾਨ ਮੋਰਚੇ ਦੇ ਆਗੂ ਜਿਹਦੇ 'ਚ ਬਹੁਤਾਤ ਪੰਜਾਬ ਦੀ ਸੀ, ਉਹ ਸਾਰੇ ਇਹਦੇ ਲਈ ਦੋਸ਼ੀ ਨੇ। ਅੱਜ ਜਿੰਨੀਆਂ ਮਰਜ਼ੀਆਂ ਨੀਵੀਆਂ ਪਾ ਕੇ ਬਹਿ ਜਾਣ ਪਰਮਿੰਦਰ, ਉਹ ਸਾਰੇ ਲਾਹਨਤੀ ਆ, ਮੈਂ ਤਾਂ ਸਿੱਧਾ ਕਹਾਂਗਾ, ਜਿਨ੍ਹਾਂ ਨੇ ਉਹਨਾਂ ਭੋਲੇ ਭਾਲੇ ਕਿਸਾਨਾਂ ਨੂੰ ਫਸਾ ਕੇ ਰੱਖਤਾ। ਪਰਮਿੰਦਰ ਇੱਕ ਗੱਲ ਯਾਦ ਰੱਖ ਲਿਓ, ਇਹ ਜਾਣ ਬੁੱਝ ਕੇ ਕੇਸ 'ਚ ਕਿਸਾਨਾਂ ਨੂੰ ਫਸਾਇਆ ਗਿਆ। ਠੀਕ ਆ, ਉੱਤਰ ਪ੍ਰਦੇਸ਼ ਸਰਕਾਰ ਨੇ ਮੁਆਵਜ਼ਾ ਦੇ ਦਿੱਤਾ, ਜਿਹੜਿਆਂ ਦੀ ਮੌਤ ਹੋਈ ਸੀ ਪੰਜਾਬ ਸਰਕਾਰ ਦੇ ਆਈ, ਉਹਨਾਂ ਆਪੋ ਆਪਣੀ ਰਾਜਨੀਤੀ ਕੀਤੀ ਆ। ਪਰ ਜਿਹੜੇ ਵਿਚਾਰੇ ਕੇਸ 'ਚ ਦੋਸ਼ੀ ਆ, ਜਿਹੜੇ ਜੇਲ੍ਹ ਜਿਨ੍ਹਾਂ ਤੇ ਕੇਸ ਚੱਲ ਰਿਹਾ, ਉਹ ਵਿਚਾਰਿਆਂ ਨੂੰ ਜੇ ਸਜ਼ਾ ਆਊਗੀ ਤੇ ਉਹਨਾਂ ਦਾ ਵਾਲੀ ਵਾਰਸ ਕੌਣ ਆ? ਸਵਾਲ ਸਭ ਤੋਂ ਵੱਡਾ ਇਹ ਆ। ਸੰਯੁਕਤ ਕਿਸਾਨ ਮੋਰਚਾ ਇਹ ਕਹਿ ਕੇ ਧਰਨੇ ਤੋਂ ਉੱਠ ਗਿਆ ਵੀ ਅਸੀਂ ਤਾਂ ਦੂਸਰਾ ਕੱਲ ਨੂੰ ਇਹਨਾਂ ਦਾ ਕਾਨੂੰਨੀ ਲੜਾਈ ਲੜਾਂਗੇ। ਇਹਦਾ ਮਤਲਬ ਇਹ ਆ ਮੁਰਗੀ 15 ਦਿਨਾਂ ਬਾਅਦ ਆਂਡਿਆਂ ਤੋਂ ਉੱਠ ਜਾਵੇ, ਕਵੇ ਕੋਈ ਗੱਲ ਨਹੀਂ ਆਪੇ ਚੂਚੇ ਨਿਕਲ ਆਉਣਗੇ, ਏਦਾਂ ਨਿਕਲਦੇ ਆ? ਮੁਰਗੀ ਨੂੰ 21 ਦਿਨ ਬਹਿਣਾ ਪੈਂਦਾ। ਪਰਮਿੰਦਰ ਇਹਨਾਂ ਨੇ ਗਲਤੀਆਂ ਕੀਤੀਆਂ ਨੇ। ਮੈਂ ਵਾਰ-ਵਾਰ ਕਹਿ ਰਿਹਾ, ਜਿੱਥੇ ਕਿਸਾਨ ਆਗੂਆਂ ਨੇ ਚੰਗੇ ਕੰਮ ਕੀਤੇ ਸੀ ਉਹਨਾਂ ਦੀ ਆਪਾਂ ਰੱਜ ਕੇ ਤਾਰੀਫ ਕੀਤੀ ਸੀ, ਲੇਕਿਨ ਜਿੱਥੇ ਇਹਨਾਂ ਕੜੀ ਘੋਲੀ ਆ ਉੱਥੇ ਕਹਿਣਾ ਬਣਦਾ ਕਿ ਇਹਨਾਂ ਨੇ ਗਲਤੀਆਂ ਕੀਤੀਆਂ ਔਰ ਰੱਜ ਕੇ ਕੀਤੀਆਂ ਨੇ, ਜਿਹਦੇ ਲਈ ਉਹ ਕਿਸਾਨ ਅੰਦਰ ਨੇ। ਔਰ ਪਰਮਿੰਦਰ ਗੱਲ ਤੇ ਇਹਨੂੰ ਅੱਜ ਵੀ ਕਹਿ ਦਿਆਂ, ਜਿਹੜੀ ਐਡਵੋਕੇਟ ਸਾਹਿਬ ਕਹਿ ਗਏ ਨੇ 10 ਸਾਲ ਇਸ ਕੇਸ ਦਾ ਫੈਸਲਾ ਨਹੀਂ ਹੁੰਦਾ, ਲਟਕੂਗਾ। 10 ਸਾਲਾਂ ਬਾਅਦ ਫੈਸਲਾ ਆਊਗਾ, ਉਦੋਂ ਤੱਕ ਬਹੁਤਾ ਕੇਸ ਜਿਹੜਾ ਉਹ ਦਮ ਤੋੜ ਚੁੱਕਿਆ ਹੋਏਗਾ। ਜਾਣ ਬੁੱਝ ਕੇ ਇਹਨੂੰ ਲੰਬਾ ਸਮਾਂ ਲਟਕਾਇਆ ਜਾਊਗਾ। ਕੇਸ 'ਚ ਕੀ ਹੁੰਦਾ, ਜਦੋਂ ਆਪਣਾ ਬੰਦਾ ਬਚਾਉਣਾ, ਕੇਸ ਨੂੰ ਲੰਬਾ ਖਿੱਚ ਦੋ ਜਿੰਨਾ ਮਰਜ਼ੀ ਆ। ਪਰਮਿੰਦਰ ਕੁਛ ਨਹੀਂ ਹੁੰਦਾ, ਗਵਾਹ 200 ਹੋਵੇ, 300 ਹੋਵੇ, ਗਵਾਹ 500 ਹੋਵੇ, ਉਹ ਤੇ ਚੁਣਿਆ ਜਾਂਦਾ ਕਿ ਕਿਹਦੀ ਗਵਾਹੀ ਲੈਣੀ ਆ। ਜਿਹੜੇ ਜ਼ਰੂਰੀ ਆ ਪਰਮਿੰਦਰ ਉਹਨਾਂ ਦੀ ਗਵਾਹੀ ਹੋ ਜਾਏ, ਰੋਜ਼ਾਨਾ ਹੀਅਰਿੰਗ ਹੋ ਜਾਏ ਉਸ ਕੇਸ ਦੀ। ਕਿਉਂ ਨਹੀਂ ਹੁੰਦੀ? ਕਿਉਂ 15 ਦਿਨ ਬਾਅਦ ਹੁੰਦੀ ਆ? ਤੁਸੀਂ ਇੱਕ ਜਦੋਂ ਸੰਮਣ ਕਰਨੇ ਆ, ਇੱਕ ਨੂੰ ਅੱਜ ਦੇ ਕਰੋ, 5 ਦਿਨ ਤਾਂ ਕੋਰਟ ਲੱਗਦੀ ਹੈ ਨਾ। 5 ਦਿਨਾਂ 'ਚ 5 ਗਵਾਹਾਂ ਨੂੰ ਕਰੋ, ਅਗਲੇ ਹਫਤੇ ਦੇ ਫੇਰ 5 ਨੂੰ, ਅਗਲੇ ਦੇ ਫੇਰ 5 ਨੂੰ। ਪਰਮਿੰਦਰ ਕਿੰਨੇ ਬਣਦੇ ਨੇ? 4 ਹਫ਼ਤੇ ਨੇ, 20 ਗਵਾਹ ਇੱਕ ਮਹੀਨੇ 'ਚ ਨਿਬੜਦੇ ਨੇ। ਨਿਬੇੜਨ ਵਾਲੇ ਤਾਂ ਹੁਣ ਕਿਉਂ ਨਹੀਂ ਨਿਬੜਦੇ? ਜੇ ਨਿਬੇੜਦੇ ਆ ਸਭ ਕੁਝ ਆ ਪਰਮਿੰਦਰ, ਸਿਰਫ ਸੁਪਰੀਮ ਕੋਰਟ ਤੱਕ, ਪ੍ਰਧਾਨ ਮੰਤਰੀ ਤੱਕ ਸਾਰੇ ਇੱਕੋ ਇੱਕ ਮਿੱਕ ਨੇ। ਇਹਨੂੰ ਉਲਝਾਇਆ ਜਾ ਰਿਹਾ ਕਿ ਇਹਨੂੰ ਜਿੰਨਾ ਕੁ ਉਲਝਾ ਦੋਗੇ ਕਿ ਇਹਦੇ ਚੋਂ ਸਰਕਾਰ ਜਿਹੜੀ ਆ ਉਹ ਆਪਦਾ ਪੁੱਤ ਬਚਾਉਣ 'ਚ ਕਾਮਯਾਬ ਹੋ ਜਾਏ, ਬਸ ਹੋਰ ਕੱਖ ਨਹੀਂ। ਜੀ ਸੁਰਿੰਦਰ ਜੀ, ਬਿਲਕੁਲ ਸੁਰਿੰਦਰ ਜੀ, ਇਸ ਮਾਮਲੇ 'ਚ ਜ਼ਰੂਰ ਇਕਜੁੱਟਤਾ ਦੀ ਜ਼ਰੂਰਤ ਹੈ। ਜੀ ਸੁਰਿੰਦਰ, ਕੰਟੀਨਿਊ ਪਲੀਜ਼। ਸੋ ਪਰਮਿੰਦਰ ਕੁੱਲ ਮਿਲਾ ਕੇ ਇਹ ਆ ਕਿ ਮੈਂ ਤਾਂ ਚੰਗੀ ਵਿਆਖਿਆ ਕਰ ਦਿੱਤੀ ਆ, ਜਿੰਨੀ ਕਰ ਸਕਦਾ ਸੀ ਮੈਂ ਉਹ ਕਰ ਦਿੱਤੀ ਇਹਦੀ ਵਿਆਖਿਆ। ਇਸ ਤੋਂ ਵੱਧ ਤਾਂ ਕੀਤੀ ਨਹੀਂ ਜਾ ਸਕਦੀ ਕਿ ਗਲਤੀਆਂ ਕਿਹਨਾਂ ਦੀਆਂ? ਪੰਜਾਬ ਵਾਲਿਆਂ ਦੀਆਂ। ਪਰਮਿੰਦਰ ਜੀ ਨੂੰ ਸਰਦਾਰੀ ਦਿੱਤੀ ਹੋਵੇ, ਜੇ ਉਹ ਸਾਰਾ ਕੁਝ ਵੇਚ ਕੇ ਆ ਜਾਏ ਤੇ ਕੀ ਕਰੋਗੇ ਤੁਸੀਂ? ਸੋ ਕੁੱਲ ਮਿਲਾ ਕੇ ਆ, ਉਹਨਾਂ ਵਿਚਾਰੇ ਕਿਸਾਨ ਜਿਹੜੇ ਆ, ਉਹਨਾਂ ਦੇ ਹੱਕ ਹਕੂਕ ਦੀ ਕਿਸੇ ਨੇ ਲੜਾਈ ਪੰਜਾਬ ਵਾਲਿਆਂ ਨੇ ਨਹੀਂ ਲੜੀ ਹੈ। ਇਹ ਗੱਲ ਬੜੀ ਸਪਸ਼ਟ ਆ। ਸੁਰਿੰਦਰ ਜੀ, ਇਸ ਵਕਤ ਆਪਣੇ ਨਾਲ ਕਿਸਾਨ ਯੂਨੀਅਨ ਨਗਰਾਹਾਂ ਤੋਂ ਝੰਡਾ ਸਿੰਘ ਜੇਠੂਕੇ ਜੁੜੇ ਨੇ। ਜੇਠੂਕੇ ਸਾਹਿਬ, ਸਵਾਗਤ ਹੈ। ਤੇ ਅੱਜ ਜਿਸ ਤਰ੍ਹਾਂ 2 ਸਾਲ ਪਹਿਲਾਂ ਯੂਪੀ ਦੇ ਵਿੱਚ ਕਿਸਾਨਾਂ ਦਾ ਕਤਲ ਹੋਇਆ ਸੀ, ਜੋ ਘਟਨਾਕ੍ਰਮ ਘਟਿਆ ਸੀ, ਉਸ ਮੁਤਾਬਕ ਅੱਜ ਸਾਰੀਆਂ ਯੂਨੀਅਨਾਂ ਨੇ ਧਰਨੇ ਦਿੱਤੇ, ਤੁਹਾਡੀ ਯੂਨੀਅਨ ਵੱਲੋਂ ਵੀ ਪ੍ਰਦਰਸ਼ਨ ਹੋਏ। ਤੇ ਹੁਣ ਇਸ ਕੇਸ ਦੇ ਵਕੀਲ ਨੇ ਜਿਹੜੇ ਮੁਹੰਮਦ ਇਮਾਨ ਯੂਪੀ ਤੋਂ, ਉਹਨਾਂ ਨਾਲ ਵੀ ਸਾਡੀ ਗੱਲਬਾਤ ਹੋਈ ਸੀ। ਉਹਨਾਂ ਨੇ ਜੋ ਗੱਲ ਆਖੀ ਕਿ ਸਾਨੂੰ ਚਾਹੀਦਾ ਕਿ ਇਹ ਕੇਸ, ਕਿਉਂਕਿ ਯੂਪੀ 'ਚੋਂ ਮਿਨਿਸਟਰ ਹੈ ਮਿਸ਼ਰਾ ਜਾਂ ਹੋਰ ਲੋਕ ਨੇ, ਉਹਨਾਂ ਦੀ ਸਰਕਾਰ ਹੈ, ਕਿ ਯੂਪੀ 'ਚੋਂ ਇਹ ਕੇਸ ਲਖੀਮਪੁਰ ਦੀ ਬਜਾਏ ਜਾਂ ਤਾਂ ਹਾਈ ਕੋਰਟ ਦਾ ਲਖਨਊ, ਇਲਾਹਾਬਾਦ
ਜਾਂ ਕਿਸੇ ਹੋਰ ਸੂਬੇ 'ਚ ਅਗਰ ਤਬਦੀਲ ਕਰਿਆ ਜਾਂਦਾ, ਕਿਉਂਕਿ ਬਹੁਤ ਸਾਰੇ ਕੇਸ ਦੂਸਰੇ ਸੂਬੇ 'ਚ ਤਬਦੀਲ ਕਰ ਦਿੰਦੇ ਨੇ ਜਦੋਂ ਕਿ ਸੱਤਾਧਾਰੀ ਪਾਰਟੀ ਉੱਥੇ ਮੌਜੂਦ ਹੋਵੇ, ਕਿ ਇਹ ਇੱਕ ਵਧੀਆ ਚੀਜ਼ ਹੈ ਅਗਰ ਇਹ ਤਬਦੀਲ ਕਰਾਇਆ ਜਾਂਦਾ। ਜਾਂ ਇਸ ਕੇਸ ਦੇ ਮੁਤਲਕ ਤੁਸੀਂ ਹੋਰ ਕੀ ਕਹਿਣਾ ਚਾਹੁੰਦੇ ਹੋ ਜੀ ਜੇਠੂਕੇ ਸਾਹਿਬ ਜੀ? ਦੇਖੋ ਜੀ, ਜਦੋਂ ਸੈਂਟਰ ਦੀ ਸਰਕਾਰ ਹੈ ਤੇ ਸੁਪਰੀਮ ਕੋਰਟ ਲਗਭਗ ਇਹਨਾਂ ਦੀ ਮੁੱਠੀ 'ਚ ਹੈ। ਕਿਸੇ ਵੀ ਸਟੇਟ 'ਚ ਤਬਦੀਲ ਕਰ ਲੈਣੇ ਆ, ਕਿੰਨੇ ਸਟੇਟਾਂ 'ਚ ਇਹਨਾਂ ਦੇ ਰਾਜ ਹੈ, ਕੁਝ ਨਾ ਕੁਝ ਫਰਕ ਉੱਥੇ ਪੈ ਸਕਦਾ ਜਿੱਥੇ ਕੋਈ ਵਿਰੋਧੀ ਸਟੇਟ ਹੈਗੀ ਹੈ, ਵਿਰੋਧੀ ਰਾਜ ਹੈ ਇਹਨਾਂ ਦੇ, ਉੱਥੇ ਕੋਈ ਜਾ ਕੇ ਤਾਂ ਫਰਕ ਪੈ ਸਕਦਾ ਹੈ। ਤੇ ਜਿਸ ਹਿਸਾਬ ਨਾਲ ਚੱਲੀ ਹੋਈ ਹੈ ਸੈਂਟਰ, ਤੇ ਕਿਸੇ ਦੀ ਕੋਈ ਸੁਣਵਾਈ ਕਰਨੀ ਹੋਈ ਨਹੀਂ, ਇਨਸਾਫ ਕਿਸੇ ਖੱਲ ਖੁੰਝੇ 'ਚ ਹੈ ਹੀ ਨਹੀਂ ਇਹਨਾਂ ਦੀ। ਇਹਨਾਂ ਦਾ ਇਨਸਾਫ ਤਾਂ ਇੱਕੋ ਹੀ ਰਸਤਾ ਬਣਦਾ ਕਿ ਲੋਕ ਲੜਕੇ ਇੱਕੇ ਸਵਾਦ ਨਾਲ ਹੀ ਲੈ ਸਕਦੇ ਹੈ, ਜਿਵੇਂ ਕਾਲੇ ਕਾਨੂੰਨਾਂ ਵੇਲੇ ਲਿਆ, ਉਦੋਂ ਕਿਹੜਾ ਵਾਪਸ ਲੈਣਾ ਚਾਹੁੰਦੇ ਸੀਗੇ। ਹੁਣ ਜੇਠੂਕੇ ਸਾਹਿਬ ਜਿਸ ਤਰ੍ਹਾਂ ਦੀ ਸਥਿਤੀ ਬਣਦੀ ਹੈ, ਕਿਉਂਕਿ ਜਿਹੜੀਆਂ ਮੰਗਾਂ ਉਹਨਾਂ ਨੇ ਮੰਨੀਆਂ ਸੀ ਉਹਨਾਂ ਦੇ ਵਿੱਚੋਂ ਸ਼ਾਇਦ ਪੂਰੀ ਨਹੀਂ ਹੋਈ। ਤੁਹਾਡੀ ਧਿਰ ਤਾਂ ਬਹੁਤਾ ਉੱਠਣ ਨੂੰ ਰਾਜੀ ਨਹੀਂ ਸੀ, ਬਾਕੀ ਧਿਰਾਂ ਉਤਸ਼ਾਹ ਸੀ ਇਲੈਕਸ਼ਨ ਲੜਨ ਨੂੰ। ਚਲੋ ਜੋ ਵੀ ਹੋਇਆ ਮੰਦਭਾਗਾ ਹੈ, ਜਿੰਨਾ ਕੁ ਵੀ ਇੱਕ ਅੰਦੋਲਨ ਸਫਲ ਹੋਇਆ ਚੰਗਾ ਹੈ। ਕੀ ਇਸ ਵਕਤ ਲੱਗਦਾ ਹੈ ਕਿ ਇਹਨਾਂ ਚੀਜ਼ਾਂ ਨੂੰ ਲੈ ਕੇ ਅੰਦੋਲਨ ਫਿਰ ਤੋਂ ਇਕੱਠੇ ਹੋ ਕੇ ਲੜਨਾ ਚਾਹੀਦਾ ਹੈ ਜੀ? ਦੇਖੋ ਇੱਕ ਤਾਂ ਜੀ ਹੈਗਾ ਦਿੱਲੀ ਉੱਠਣ ਦੀ ਗੱਲ ਆ। ਦੇਖੋ ਸਾਰੀਆਂ ਜਥੇਬੰਦੀਆਂ ਇਕੱਠੀਆਂ ਗਈਆਂ, ਇਕੱਠੀਆਂ ਉੱਠ ਕੇ ਆਈਆਂ, ਕਿਸੇ ਦਾ ਵਿਚਾਰ ਕੀ ਸੀਗਾ, ਇਹ ਗੱਲ 2 ਨੰਬਰ ਦੀ ਹੈ। ਵੱਡੀ ਗੱਲ ਹੈ ਕਿ ਸਾਰੀਆਂ ਜਥੇਬੰਦੀਆਂ ਇੱਕੇ ਨਾਲ ਆਈਆਂ, ਇੱਕੇ ਨਾਲ ਮੁੜ ਕੇ ਵਾਪਸ ਗਈਆਂ। ਜਿਹੜਾ ਸੈਂਟਰ ਸਰਕਾਰ ਨੇ ਵਾਅਦਾ ਕੀਤਾ ਜੀ, ਜਿਹੜੇ ਬਾਕੀ ਮੰਗਾਂ ਰਹਿੰਦੇ ਸੀ, ਐਮਐਸਪੀ ਵਾਲੀ ਮੰਗ ਰਹਿੰਦੀ ਸੀਗੀ, ਲਖਮੀਪੁਰ ਖੀਰ ਵਾਲੀਆਂ ਮੰਗਾਂ ਰਹਿੰਦੀਆਂ ਸੀਗੀਆਂ, ਕੁੱਲ ਜਿੰਨੇ ਬੰਦੇ ਇੱਥੇ ਸ਼ਹੀਦ ਹੋਏ ਉਹਨਾਂ ਦੇ ਪਰਿਵਾਰਾਂ ਦੀ ਨੌਕਰੀ ਦੀ ਗੱਲ ਸੀ, ਉਹਨਾਂ ਨੂੰ ਸਹਾਇਤਾ ਦੀ ਗੱਲ ਸੀਗੀ, ਤੇ ਉਹ ਬਹੁਤ ਸਾਰੀਆਂ ਮੰਗਾਂ ਇਹਨਾਂ ਨੇ ਬਾਅਦ ਚ ਕਿਸੇ ਦੀ ਕੋਈ ਬੰਦ ਲੋਕ ਸੁਣਨ ਦੀ ਲੋੜ ਨਹੀਂ ਸਮਝੀ, ਪੂਰੀ ਕਰਨ ਦੀ ਗੱਲ ਤਾਂ ਦੂਰ। ਇਸ ਕਰਕੇ ਜਦੋਂ ਵੀ ਕੋਈ ਮਾਹੌਲ ਹੋਇਆ ਫੇਰ ਵਾਹੀਦਾ ਕੁੱਲ ਜਥੇਬੰਦੀ ਜਾਂ ਕੁੱਲ ਭਾਰਤ ਦੇ ਵਿੱਚ, ਜਿਵੇਂ ਪੰਜਾਬ ਚ ਵੱਜ ਕੇ ਪੂਰੇ ਭਾਰਤ ਦੇ ਬਣਿਆ, ਦੁਨੀਆ ਪੱਧਰ ਤੇ ਬਣਿਆ ਜੀ, ਇਹ ਤਾਂ ਉਹੇ ਜਿਹੇ ਅੰਦੋਲਨ ਨਾਲ ਸੂਤ ਆਉਣੇ ਵਾਲੀਆਂ ਗੱਲਾਂ ਲਗਭਗ ਤਾਂ। ਤੇ ਹੋਰ ਸਾਨੂੰ ਕੋਈ ਰਾਹ ਨਹੀਂ ਲੱਗਦਾ ਜੀ। ਹਾਂ, ਉਹ ਤੇ ਦੇਖੋ ਜਦੋਂ ਕੋਈ ਵੋਟਾਂ ਨਾਲ ਕੋਈ ਬਦਲਣ ਦੀ ਗੱਲ, ਕੋਈ ਲੋਕ ਕਹਿੰਦੇ ਆ ਜਾਂ ਉਹਨਾਂ ਦੇ ਮੁਕਾਬਲੇ ਕੋਈ ਥੜਾ ਬਣਿਆ, ਉਹ ਇਹੀ ਕੁਛ ਪਹਿਲਾਂ ਵੀ ਕਰਦੇ ਰਹੇ ਆ ਸਾਰੇ ਜੀ। ਉਹੀ ਇਹਨਾਂ ਚ ਰਾਜ ਆ ਹੋਵੇ ਕਰਨਗੇ। ਪੰਜਾਬ ਚ ਪੂਰੀ ਤਰ੍ਹਾਂ ਤਬਦੀਲੀ ਹੋਈ, ਸਰਕਾਰ ਬਦਲੀ ਹੈ, ਬਹੁਤ ਵੱਡੀ ਬਹੁਮਤ ਨਾਲ ਬਦਲੀ ਹੈ ਜੀ, ਤੇ ਉਹੀ ਕਾਰਪੋਰੇਟਾਂ ਦੇ ਚਰਨ ਉੱਥੋਂ ਹੀ ਜਾਂਦੀ ਹੈ। ਠੀਕ ਹੈ, ਬੋਰਡ ਵੱਡੇ ਵੱਡੇ ਲੱਗੇ ਪਏ, ਪਰ ਹਕੀਕਤ ਨਹੀਂ ਉਹ ਬੋਰਡ ਜਿਹੜੇ ਹੈਗੇ ਸਾਰੇ ਬੋਰਡ ਝੂਠੇ ਲੱਗੇ ਹੈ। ਬਾਹਰਲੇ ਸਟੇਟਾਂ ਵਿੱਚ ਝੂਠਾ ਪ੍ਰਚਾਰ ਹੋ ਰਿਹਾ। ਹੁਣ ਤਾਂ ਪਤਾ ਲੱਗ ਗਿਆ ਲੋਕਾਂ ਨੂੰ। ਸਾਡਾ ਤਾਂ ਬਹੁਤ ਜੇ ਕਹਿਣਾ ਹੋਵੇ ਪੱਥਰ ਵਰਗਾ ਯਕੀਨ ਹੈ ਕਿ ਇਸ ਸਾਰਾ ਸਿਸਟਮ ਜਿਹੜਾ ਚੱਲ ਰਿਹਾ ਹੈ ਲੋਕਾਂ ਦੇ ਮਨੁੱਖਤਾ ਦੇ ਹੱਕ ਦਾ ਨਹੀਂ ਸਿਸਟਮ। ਜੇ ਮਨੁੱਖਤਾ ਨੇ ਇਹਨੂੰ ਆਪਦੇ ਹੱਕ 'ਚ ਕੋਈ ਬਣਾਉਣਾ ਹੈ ਫਿਰ ਤਾਂ ਵੱਡੀ ਗਿਣਤੀ 'ਚ ਲੋਕ ਇਕੱਠੇ ਹੋਣ ਜੀ, ਉਹ ਲਹਿਰਾਂ ਕੁਛ ਵੀ ਕਰਾ ਲੈਣੀਆਂ ਜੀ। ਹਾਂਜੀ ਜੀ, ਸੋ ਬਹੁਤ ਬਹੁਤ ਧੰਨਵਾਦ ਜੇਠੂਕੇ ਸਾਹਿਬ, ਮਿਹਰਬਾਨੀ, ਥੈਂਕ ਯੂ। ਠੀਕ ਹੈ ਜੀ, ਸਤਿ ਸ਼੍ਰੀ ਅਕਾਲ। ਸੋ ਦੋਸਤੋ, ਇਹ ਸਨ ਕਿਸਾਨ ਯੂਨੀਅਨ ਨਗਰਾਹਾਂ ਤੋਂ ਝੰਡਾ ਸਿੰਘ ਜੇਠੂਕੇ ਆਪਣੇ ਨਾਲ ਜੁੜੇ ਸੀ। ਸਾਨੂੰ ਸਪੋਰਟ ਕੀਤਾ ਹੈ ਸੁਖੀ ਘੁੰਮਣ ਹੋਰਾਂ ਨੇ, ਬੇਕਰਸਫੀਲਡ ਇਲਾਕੇ 'ਚ ਵਿਚਰ ਰਹੇ ਤੋਂ ਮਾਰੋ ਟਰੱਕ ਟਰਾਲੇ ਨੂੰ ਬ੍ਰੇਕ। ਯੂਨੀਅਨ ਵਿਲੇਜ ਟਰੱਕ ਸ਼ਾਪ ਤੇ ਨਾਲ ਇੰਡੀਅਨ ਰੈਸਟੋਰੈਂਟ ਹੈ, ਦੇਸੀ ਘਿਓ ਦੇ ਪਰੌਂਠੇ ਛਕੋ, ਛਕਾਓ, ਟਰੱਕ ਤੋਂ ਆਓ, ਡੀਜ਼ਲ ਪਾਓ। ਜਿੱਥੇ ਟਰੱਕ ਯੂਨੀਅਨ ਸਕੂਲ ਹੁੰਦਾ ਸੀ ਉਸੇ ਜਗ੍ਹਾ ਤੇ ਹੈ ਯੂਨੀਅਨ ਵਿਲੇਜ ਟਰੱਕ ਸ਼ਾਪ ਤੇ ਇੰਡੀਅਨ ਰੈਸਟੋਰੈਂਟ। ਐਡਰੈਸ 2201 ਸਾਊਥ ਯੂਨੀਅਨ ਐਵਨਿਊ, ਬੇਕਰਸਫੀਲਡ, ਕੈਲੀਫੋਰਨੀਆ।